ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਸਾਰੇ ਮਾਈ ਭਾਈ ਮਿਲ ਕੇ ਭਗਤ ਕਬੀਰ ਜੀ ਦੇ ਪਾਵਨ ਸਲੋਕਾਂ ਦੀ ਲੜੀਵਾਰ ਵਿਚਾਰ ਸਾਂਝੀ ਕਰ ਰਹੇ ਹਾਂ। ਕੱਲ ਤੱਕ 16 ਸਲੋਕਾਂ ਦੀ ਵਿਚਾਰ ਅਸੀਂ ਸਾਂਝੀ ਕਰ ਚੁੱਕੇ ਹਾਂ। ਅੱਜ 17ਵੇਂ ਸ਼ਲੋਕ ਦੀ ਵਿਚਾਰ ਆਰੰਭ ਕਰ ਰਹੇ ਹਾਂ। कबीर साकत ऐसा है जैसी लसन की खान, कोने बैठे खाइए प्रगट हुए निदान। साकत का मतलब जो प्रभु दे नालों टुटिया होया है, ते लसन का मतलब है थूम। खान का मतलब है कोठी। वैसे भाई कान सिंह जी नाभा इस खान का मतलब भोजन करते हैं, लेकिन बाकी सारे विद्वाना ने खान का अर्थ कोठी कीता है, कोठड़ी, स्टोर। कोने बैठे खाइए, कोने का मतलब किसी कोने दे अंदर, गुठ दे अंदर। प्रगट होए का मतलब उगड़ पैंदा है। निदान का मतलब आखिर नूं। कबीर जी बचन करते ने कि जो मनुख रब नालों, रब्बी गुणा नालों, रब्बी रजा दे नालों टुटिया होया है, ते जिसने दुनिया दी खातर दीन नूं गवा लिया है, दुनी दी खातर जो दीन नूं गवा बैठा है। भगत कबीर जी कहते ने ओनू इंज समझो कि जिवें ओ लसन दी भरी हुई कोठड़ी है। लसन दी भरी हुई कोठड़ी है। कोने बैठे खाइए खाइए प्रगट हुए निदान। कि जे लसन दी तुरी किसे कोने दे अंदर बह के लुक छिप के भी बंदा खा लवे ना, ते जदों ओ सभा सोसाइटी दे विच आएगा ते ओ प्रगट हो जाएगा, क्योंकि ओहदे अंदरों बदबू आएगी। ओहदी ਜਿਹੜੀ ਮਹਿਕ ਹੈ, ਉਹਦੀ ਸੁਗੰਧ ਹੈ, ਉਹ ਆਏਗੀ। ਲਸਣ ਦੀ ਜਿਹੜੀ ਦੁਰਗੰਧ ਹੈ ਨਾ, ਉਹ ਪ੍ਰਗਟ ਹੋ ਜਾਂਦੀ ਹੈ। ਭਾਵੇਂ ਤੁਸੀਂ ਕਿਸੇ ਕੋਨੇ ਦੇ ਵਿੱਚ ਬੈਠ ਕੇ ਲਸਣ ਚੱਬ ਕੇ ਆ ਜਾਓ ਕੱਚਾ, ਤੇ ਜਦੋਂ ਸਵਾਸ ਲਓਗੇ ਤੁਹਾਡੇ ਮੂੰਹ ਦੇ ਵਿੱਚੋਂ ਉਹਦੀ ਬਦਬੂ ਜਿਹੜੀ ਹੈ ਉਹ ਆਏਗੀ, ਪ੍ਰਗਟ ਹੋ ਜਾਏਗੀ। ਹੁਣ ਥੋੜਾ ਜਿਹਾ ਲਸਣ ਖਾਣ ਦੇ ਨਾਲ ਹੀ ਪ੍ਰਗਟ ਹੋ ਜਾਂਦੀ ਹੈ, ਤੇ ਜੇ ਅੰਦਰ ਕੋਈ ਬਹੁਤ ਜ਼ਿਆਦਾ ਲਸਣ ਭਰਿਆ ਹੋਏ ਉਹਦਾ ਕੀ ਹਾਲ ਹੋਏਗਾ। ਤਾਂ ਕਬੀਰ ਜੀ ਕਹਿੰਦੇ ਨੇ ਜੋ ਰੱਬ ਦੇ ਨਾਲੋਂ ਟੁੱਟਿਆ ਹੋਇਆ ਬੰਦਾ ਹੈ, ਉਸ ਲਸਣ ਦੀ ਤਰ੍ਹਾਂ ਹੈ, ਜਿਵੇਂ ਖਾਣ ਦੇ ਨਾਲ ਉਹ ਪ੍ਰਗਟ ਹੋ ਜਾਂਦਾ ਹੈ। ਬੇਸ਼ੱਕ ਜਿੰਨਾ ਮਰਜ਼ੀ ਲੁਕਾਓ, ਇਸੇ ਤਰ੍ਹਾਂ ਰੱਬ ਦੇ ਨਾਲੋਂ ਟੁੱਟੇ ਹੋਏ ਜੋ ਬੰਦੇ ਨੇ, ਸੱਚ ਨਾਲੋਂ ਉਹ ਪ੍ਰਗਟ ਹੋ ਜਾਂਦੇ। ਉਹਨਾਂ ਦਾ ਪਤਾ ਲੱਗ ਜਾਂਦਾ ਹੈ ਕਿ ਇਹ ਲੋਕ ਸੱਚ ਨਾਲੋਂ ਟੁੱਟੇ ਹੋਏ ਨੇ, ਕਿਉਂਕਿ ਉਹਨਾਂ ਦੇ ਮੂੰਹ ਦੇ ਵਿੱਚੋਂ ਹਮੇਸ਼ਾ ਮਾੜੇ ਬੋਲ ਨਿਕਲਣਗੇ। ਨਿੰਦਾ ਵਾਲੇ, ਝੂਠ ਵਾਲੇ, ਕ੍ਰੋਧ ਵਾਲੇ, ਹੰਕਾਰ ਵਾਲੇ ਬੋਲ, ਮੋਹ ਵਾਲੇ ਬੋਲ, ਸਵਾਰਥੀ ਬੋਲ, ਉਹਨਾਂ ਦੇ ਬੋਲ ਭੈੜੇ ਹੋਣਗੇ। ਉਹਨਾਂ ਦਾ ਬਿਹੇਵੀਅਰ ਜਿਹੜਾ ਹੈ, ਉਹਨਾਂ ਦਾ ਮਿਲਵਰਤਨ ਜਿਹੜਾ ਹੈ ਉਹ ਮਾੜਾ ਹੋਏਗਾ। ਉਹਨਾਂ ਦੇ ਬਿਹੇਵੀਅਰ ਦੇ ਅੰਦਰ ਹੰਕਾਰ ਹੋਏਗਾ, ਲੋਭ ਹੋਏਗਾ, ਵਿਕਾਰ ਹੋਏਗਾ। ਜਿੰਨੇ ਮਰਜ਼ੀ ਉਹ ਪਰਦੇ ਪਾਉਂਦੇ ਰਹਿਣ, ਲੇਕਿਨ ਉਹ ਪ੍ਰਗਟ ਹੋ ਜਾਂਦੇ ਨੇ। ਜਦੋਂ ਅਸੀਂ ਇਸ ਸੰਸਾਰ ਵੱਲ ਔਰ ਆਪਣੇ ਚੌਗਿਰਦੇ ਦੇਖਦੇ ਹਾਂ, ਤਾਂ ਹਕੀਕਤ ਹੈ ਪੂਰੇ ਦੇ ਪੂਰੇ ਸਮਾਜ ਦੇ ਅੰਦਰੋਂ ਬਹੁਗਿਣਤੀ ਲੋਕ ਪ੍ਰਗਟ ਹੋ ਰਹੇ ਨੇ। ਕਿਵੇਂ ਜਬਰ ਜਿਨਾਹ ਦੇ ਕੇਸ ਹਰ ਰੋਜ਼ ਅਖਬਾਰਾਂ ਵਿੱਚ ਛਪਦੇ ਨੇ, ਕਿਵੇਂ ਲੋਕ ਲੋਭ ਲਾਲਚ ਕਰਕੇ 2 ਨੰਬਰ ਦੇ ਧੰਦੇ ਕਰਦੇ ਹਨ, ਜਾਂ ਪਰਿਵਾਰਾਂ ਦੇ ਪਰਿਵਾਰ ਟੁੱਟ ਰਹੇ ਨੇ, ਬਿਖਰ ਰਹੇ ਨੇ। ਇਹ ਸਭ ਮਾੜੇ ਬੋਲ ਔਰ ਮਾੜੇ ਵਿਹਾਰ ਦਾ ਪ੍ਰਤੱਖ ਸਬੂਤ ਹੈ। ਇਸੇ ਨੂੰ ਭਗਤ ਕਬੀਰ ਜੀ ਕਹਿੰਦੇ ਨੇ ਕਿ ਲਸਣ ਦੀ ਖਾਨ, ਜਿਵੇਂ ਲਸਣ ਖਾਣ ਦੇ ਨਾਲ ਪ੍ਰਗਟ ਹੋ ਜਾਂਦਾ ਹੈ, ਭਾਵੇਂ ਕਿਸੇ ਕੋਨੇ ਵਿੱਚ ਵੀ ਬੈਠ ਕੇ ਖਾਓ, ਇਸੇ ਤਰ੍ਹਾਂ ਮਾੜੇ ਕਰਮ ਜਿਹੜੇ ਨੇ ਉਹ ਪ੍ਰਗਟ ਹੋ ਜਾਂਦੇ ਨੇ। ਰੱਬ ਦੇ ਨਾਲੋਂ ਟੁੱਟੇ ਹੋਏ ਬੰਦੇ ਆਪਣੇ ਕੰਮਾਂ ਤੋਂ ਪਛਾਣੇ ਜਾਂਦੇ ਨੇ, ਬੋਲਾਂ ਤੋਂ ਪਛਾਣੇ ਜਾਂਦੇ ਨੇ। ਇਸ ਲਈ ਭਗਤ ਕਬੀਰ ਜੀ ਸਾਨੂੰ ਸਮਝਾ ਰਹੇ ਹਨ ਕਿ ਅਸੀਂ ਮਾੜੇ ਕਰਮਾਂ ਤੋਂ ਆਪਣੇ ਆਪ ਨੂੰ ਵਰਜਣਾ, ਰੋਕਣਾ ਹੈ ਔਰ ਚੰਗੇ ਕਰਮ ਕਰਨ ਦਾ ਯਤਨ ਕਰਨਾ ਹੈ। ਗੁਰਬਾਣੀ ਦੇ ਅੰਦਰ ਗੁਰੂ ਪਾਤਸ਼ਾਹ ਜੀ ਨੇ ਹੋਰ ਥਾਂ ਤੇ ਵੀ ਸਮਝਾਇਆ ਹੈ, ਅੰਦਰ ਬਹਿ ਕੇ ਪਾਪ ਕਮਾਵੇ ਉਹ ਚੌਕੁੰਡੀ ਜਾਣੀਏ। ਕਿ ਜੇ ਕੋਈ ਅੰਦਰ ਛਿਪਾ ਕੇ ਵੀ ਪਾਪ ਕਰਮ ਕਰਦਾ ਹੈ ਨਾ, ਤਾਂ ਉਹਦਾ ਪਾਪ ਕਰਮ ਪ੍ਰਗਟ ਹੋ ਜਾਂਦਾ ਹੈ। ਉਹਦੇ ਬਿਹੇਵੀਅਰ ਤੋਂ, ਉਹਦੇ ਬੋਲਾਂ ਤੋਂ ਪਾਪ ਕਰਮ ਸਮਾਜ ਦੇ ਅੰਦਰ ਪ੍ਰਗਟ ਹੋ ਜਾਂਦੇ ਹਨ। ਇਸ ਲਈ ਜ਼ਰੂਰਤ ਹੈ
ਰੱਬ ਦੇ ਨਾਲ ਜੁੜਨ ਦੀ, ਰੱਬੀ ਗੁਣਾਂ ਦੇ ਨਾਲ ਜੁੜਨ ਦੀ, ਔਰ ਐਸੇ ਇਨਸਾਨ ਬਣਨ ਦੀ ਕਿ ਸਾਡੀ ਜ਼ਿੰਦਗੀ ਚੋਂ शुभ गुणा की सुगंध पैदा हुए। कबीर माया डोलनी पवन चकोलन हार। कबीर शब्द ते थोड़ा जिहा रुकांगे। कबीर माया डोलनी पवन चकोलन हार, संतों माखन खाया छाछ पिए संसार। डोलनी का मतलब हैगा चाटी, जिहदे अंदर असीं दुध रिड़कदे आ, ਉਹ ਚਾਟੀ, ਉਹ ਬਰਤਨ, ਦੁੱਧ ਦੀ ਚਾਟੀ, ਦੁੱਧ ਦਾ ਬਰਤਨ ਜਿਸ ਦੇ ਅੰਦਰ ਦੁੱਧ ਪਾ ਕੇ ਰਿੜਕੀਦਾ ਹੈ। ਮਾਇਆ ਦਾ ਮਤਲਬ ਮਾਇਆ, ਪਵਨ ਦਾ ਮਤਲਬ ਹੈਗਾ ਸਵਾਸ, ਹਵਾ ਯਾਨੀ ਸਵਾਸ, ਤੇ ਝਕੂਲਨਹਾਰ ਦਾ ਅਰਥ ਹੈਗਾ ਉਹ ਚੀਜ਼ ਜਿਹਦੇ ਨਾਲ ਦੁੱਧ ਰਿੜਕੀਦਾ ਹੈ, ਯਾਨੀ ਮਧਾਣੀ। ਮਾਇਆ ਇੱਕ ਮਾਨੋ ਦੁੱਧ ਦਾ ਬਰਤਨ ਹੈ, और जो साडे श्वास ने ये मानो मधानी है। संतों माखन खाया, संतों का मतलब जिहड़े रब दे प्यारे ने। इन्हां श्लोकां नूं जदों पिछों पढ़दे चलोगे ना नाल ध्यान दे नाल, तां इन्हां शब्दां दी आटोमैटिकली सानूं समझ आउंदी जाएगी। इत्थे संत शब्द उहदे वास्ते वरत रहे ने जिन्हां ने दुनी दी खातर दीन नूं नहीं गवाया, जिन्हां ने दुनी दी खातर दीन नूं नहीं गवाया, जो अपने धर्म ईमान दे उत्ते पूरे ने, जो मनुखता दी कसवट्टी ते पूरे उतरदे ने, जो मन बचन और कर्म करके सच दे धारनी ने। इत्थे माखन दा मतलब है तत्त, जिंदगी दा जो सार तत्त है। छाछ दा मतलब इत्थे है लस्सी, छाछ दा मतलब लस्सी, ते संसार दा मतलब है दुनिया दा व्यापारी, दुनी दा व्यापारी, विकारां दा जिहड़ा विकारी व्यापारी है, जो केवल विकारां दे अंदर खचत है। तां कबीर जी सानू समझा रहे ने कि हे कबीर, ये दुनिया जिहड़ी माया है, इहनूं दुध दी भरी हुई चाटी समझो। ते माया दा मतलब केवल दुनिया दे पदार्थ ही नहीं, माया एक सोच है। माया एक सोच ही है ना, वो सोच ਜਿਹੜੀ ਸਾਨੂੰ ਰੱਬ ਨਾਲੋਂ ਤੋੜਦੀ ਹੈ, ਜੋ ਸਾਨੂੰ ਅੰਦਰੋਂ ਹੋਰ ਬਾਹਰੋਂ ਹੋਰ ਬਣਾਉਂਦੀ ਹੈ, ਸਾਡੇ ਅੰਦਰ ਸੈਲਫਿਸ਼ਨੈਸ ਪੈਦਾ ਕਰਦੀ ਹੈ। ਤਾਂ ਜਦੋਂ ਸੋਚ ਐਸੀ ਹੋਵੇ ਤਾਂ ਉਦੋਂ ਸਾਰੇ ਪਦਾਰਥ ਆਦਿਕ ਹੀ ਮਾਇਆ ਹੋ ਜਾਂਦੇ ਨੇ। ਤਾਂ ਗੁਰੂ ਜੀ ਕਹਿੰਦੇ ਨੇ ਇਸ ਮਾਇਆ ਨੂੰ ਦੁੱਧ ਦੀ ਭਰੀ ਹੋਈ ਚਾਟੀ ਸਮਝੋ। ਇਹ ਦੁਨੀਆ ਨੂੰ, ਦੁਨੀਆ ਦੇ ਪਦਾਰਥਾਂ ਨੂੰ ਦੁੱਧ ਦੀ ਭਰੀ ਹੋਈ ਇੱਕ ਚਾਟੀ ਸਮਝੋ। ਤੇ ਹਰੇਕ ਜੀਵ ਦਾ ਜਿਹੜਾ ਸਵਾਸ ਹੈ ਨਾ, ਜੋ ਅਸੀਂ ਸਵਾਸ ਲੈਂਦੇ ਆ, ਜ਼ਿੰਦਗੀ ਜੀ ਰਹੇ ਆ, ਇਹਨੂੰ ਤੁਸੀਂ ਚਾਟੀ ਰਿੜਕਣ ਵਾਲੀ ਮਧਾਣੀ ਸਮਝ ਲਓ ਕਿ ਸਾਡੇ ਸਵਾਸ ਇੱਕ ਮਧਾਣੀ ਹੈ। ਹੁਣ ਕਬੀਰ ਜੀ ਕਹਿੰਦੇ ਨੇ ਸੰਤੋਂ ਮਾਖਣ ਖਾਇਆ, ਜਿਨ੍ਹਾਂ ਨੂੰ ਇਹ ਦੁੱਧ ਰਿੜਕਣ ਦੀ ਜਾਚ ਆ ਗਈ ਨਾ, ਜ਼ਿੰਦਗੀ ਜੀਣ ਦੀ ਜਾਚ ਆ ਗਈ, ਜਿਨ੍ਹਾਂ ਨੇ ਰੱਬੀ ਗੁਣ ਗਾਏ ਔਰ ਇਸ ਮਾਇਆ ਨੂੰ ਵਰਤਦਿਆਂ, ਦੁਨੀਆ ਪਦਾਰਥਾਂ ਨੂੰ ਵਰਤਦਿਆਂ ਦੀਨ ਨਹੀਂ ਗਵਾਚਣ ਦਿੱਤਾ। ਦੁਨੀਆ ਦੇ ਪਦਾਰਥ ਵਰਤੇ ਨੇ ਪਰ ਉਹ ਸੱਚ ਦੇ ਨਾਲੋਂ ਨਹੀਂ ਟੁੱਟੇ। ਜੇ ਉਹਨਾਂ ਨੇ ਦੁਨੀਆ ਦੇ ਪਦਾਰਥ ਵਿਹਾਜੇ ਨੇ, ਜੇ ਪ੍ਰੋਪਰਟੀ ਬਣਾਈ ਹੈ, ਤਾਂ ਉਹਨਾਂ ਦੀ ਕਿਰਤ ਦਸਾਂ ਨਵਾਂ ਦੀ ਹੈ, ਸੱਚੀ ਸੁੱਚੀ। ਜੇ ਉਹ ਪੈਸੇ ਨੂੰ ਯੂਜ਼ ਕਰ ਰਹੇ ਨੇ ਤਾਂ ਉਹਦੇ ਨਾਲ ਉਹ ਕਤਲ ਨਹੀਂ ਕਰਾ ਰਹੇ, ਰਿਸ਼ਵਤ ਦੇ ਲੈ ਨਹੀਂ ਰਹੇ, ਕਿਸੇ ਦਾ ਹੱਕ ਨਹੀਂ ਖਾ ਰਹੇ, ਸਗੋਂ ਪੈਸੇ ਦੀ ਸਹੀ ਵਰਤੋਂ ਕਰ ਰਹੇ ਨੇ, ਪੈਸੇ ਨੂੰ ਸਹੀ ਢੰਗ ਦੇ ਨਾਲ ਕਮਾ ਰਹੇ ਨੇ। ਜੋ ਆ ਰਿਸ਼ਤੇ ਨਾਤੇ ਨੇ, ਇਹਨਾਂ ਨੂੰ ਉਹ ਸਹੀ ਢੰਗ ਦੇ ਨਾਲ ਮਿਲ ਵਰਤ ਰਹੇ ਨੇ, ਇਹਨਾਂ ਦੇ ਨਾਲ ਸਹਿਯੋਗ ਕਰ ਰਹੇ ਨੇ, ਜ਼ਿੰਦਗੀ ਨੂੰ ਸੱਚ ਨੂੰ ਬੇਸ ਬਣਾ ਕੇ ਜ਼ਿੰਦਗੀ ਜੀ ਰਹੇ ਨੇ। ਉਹਨਾਂ ਨੇ ਮੱਖਣ ਖਾ ਲਿਆ, ਉਹਨਾਂ ਨੇ ਮੱਖਣ ਖਾ ਲਿਆ, ਭਾਵ ਮਨੁੱਖਾ ਜਨਮ ਦਾ ਜਿਹੜਾ ਅਸਲ ਮਨੋਰਥ ਸੀ ਉਹ ਉਹਨਾਂ ਨੇ ਹਾਸਲ ਕਰ ਲਿਆ। ਜਿਵੇਂ ਦੁੱਧ ਰਿੜਕਣ ਦੇ ਨਾਲ ਸਾਨੂੰ ਮੱਖਣ ਮਿਲਦਾ ਹੈ, ਤਾਂ ਇਸ ਤਰ੍ਹਾਂ ਇਹ ਜ਼ਿੰਦਗੀ ਨੂੰ ਜੀਂਦਿਆਂ ਉਹਨਾਂ ਨੇ ਇਨਸਾਨੀਅਤ ਨੂੰ ਨਹੀਂ ਗਵਾਚਣ ਦਿੱਤਾ। ਜਿਹੜਾ ਜੀਵਨ ਦਾ ਮੁੱਖ ਮਕਸਦ ਸੀ ਨਾ, ਉਹ ਉਹਨਾਂ ਨੇ ਹਾਸਲ ਕਰ ਲਿਆ। ਤੇ ਸਾਡੇ ਜੀਵਨ ਦਾ ਮੁੱਖ ਮਕਸਦ ਕੀ ਹੈ? ਸਚਿਆਰ ਹੋਣਾ। ਕਿ ਉਹ ਸਚਿਆਰਾ ਹੋਈ ਹੈ।
ਉਹ ਸਚਿਆਰਤਾ ਦੇ ਮਾਰਗ ਦੇ ਉੱਤੇ ਚੱਲਦੇ ਰਹੇ। ਉਹਨਾਂ ਨੇ ਪਦਾਰਥ ਵੀ ਵੰਡੇ, ਕਿਰਤ ਵੀ ਕੀਤੀ, ਰਿਸ਼ਤੇ ਨਾਤੇ ਵੀ ਨਿਭਾਏ, ਪਰਿਵਾਰਕ ਜ਼ਿੰਦਗੀ ਵੀ ਜੀਵੀ, ਸੰਸਾਰ ਦੇ ਵਿੱਚ ਵੀ ਵਿਚਰੇ, ਲੇਕਿਨ ਇਨਸਾਨੀਅਤ ਤੋਂ ਨਹੀਂ ਗਿਰੇ। ਤਾਂ ਉਹਨਾਂ ਨੇ ਆਤਮਿਕ ਜੀਵਨ ਜੀਵਿਆ, ਉਹਨਾਂ ਨੇ ਮੱਖਣ ਖਾਧਾ। ਛਾਛ ਪੀਏ ਸੰਸਾਰ, ਤੇ ਬਾਕੀ ਦਾ ਜਿਹੜਾ ਸੰਸਾਰ ਹੈ ਨਾ, ਉਹ ਕੇਵਲ ਲੱਸੀ ਹੀ ਮਾਨੋ ਪੀ ਰਿਹਾ ਹੈ। ਉਹ ਲੱਸੀ ਹੀ ਪੀ ਰਿਹਾ ਹੈ। ਤੁਸੀਂ ਪਿੰਡਾਂ ਦੇ ਵਿੱਚ ਦੇਖਿਆ ਹੋਵੇਗਾ ਨਾ, ਜਿੰਨਾ ਵੀਰਾਂ ਭੈਣਾਂ ਦੇ ਘਰਾਂ ਵਿੱਚ ਦੁੱਧ ਨਹੀਂ ਹੁੰਦਾ, ਤਾਂ ਉਹ ਆਮ ਕਰਕੇ ਗੁਆਂਢੀਆਂ ਦੇ ਘਰੋਂ ਲੱਸੀ ਲੈ ਆਉਂਦੇ ਹੁੰਦੇ ਸੀ। ਲੱਸੀ ਲੈ ਆਈਦੀ ਸੀ, ਤੇ ਕਈ ਵਾਰ ਲੱਸੀ ਲੈਣ ਵਾਸਤੇ ਕੋਈ ਭੈਣ ਜਾਂਦੀ ਹੈ ਤੇ ਅੱਗੋਂ ਬੀਬੀ ਕਹਿ ਦਿੰਦੀ ਹੈ, ਭੈਣੇ ਮੈਂ ਅੱਜ ਥੋੜਾ ਲੇਟ ਹੋ ਗਈ ਹਾਂ ਤੇ ਮੈਂ ਦੁੱਧ ਦਹੀਂ ਰਿੜਕ ਨਹੀਂ ਸਕੀ, ਤੇ ਆ 2 ਰਿੜਕਣੇ ਮਾਰ ਦੇ। ਤੇ ਉਹ ਬੀਬੀ ਨੇ ਜਿਹੜੀ ਲੱਸੀ ਲੈਣ ਗਈ ਹੈ, ਉਹਨੇ ਰਿੜਕ ਦੇਣਾ ਦੁੱਧ, ਤੇ ਦੁੱਧ ਰਿੜਕ ਕੇ ਮੱਖਣ ਕੱਢ ਕੇ ਮਾਲਕਾਂ ਦੇ ਘਰ ਤੇ ਲੱਸੀ ਆਪ ਲੈ ਜਾਣੀ। ਯਾਨੀ ਰਿੜਕਿਆ, ਮੱਖਣ ਮਾਲਕ ਕੋਲ ਬਚ ਗਿਆ, ਉਹਦੇ ਪੱਲੇ ਲੱਸੀ ਪਈ। ਤਾਂ ਇੱਥੇ ਲੱਸੀ ਦਾ ਮਤਲਬ ਹੈ ਕਿ ਵਾਧੂ ਦੀ ਜ਼ਿੰਦਗੀ ਬੰਦਾ ਵਿਕਾਰ ਗਵਾ ਜਾਂਦਾ ਹੈ। ਜੋ ਜੀਵਨ ਦਾ ਤੱਤ ਸਾਰ ਮਿਲਣਾ ਹੁੰਦਾ ਨਾ, ਸੁੱਖ, ਆਨੰਦ, ਖੇੜਾ, ਪ੍ਰਸੰਨਤਾ, ਉਹਦੇ ਤੋਂ ਵਾਂਝਾ ਰਹਿ ਜਾਂਦਾ ਹੈ। ਪਦਾਰਥਾਂ ਨੂੰ ਵਰਤਦਾ ਹੈ, ਪਰ ਉਹਨਾਂ ਪਦਾਰਥਾਂ ਚ ਸੁੱਖ ਨਹੀਂ ਮਿਲਦਾ। ਰਿਸ਼ਤੇ ਨਾਤੇ ਭੈਣ ਭਰਾ ਹੈ ਨੇ, ਲੇਕਿਨ ਜ਼ਿੰਦਗੀ ਦੇ ਅੰਦਰ ਖੁਸ਼ੀ ਨਹੀਂ ਹੈ। ਘਰ ਪਰਿਵਾਰ, ਘਰ ਮਕਾਨ ਬਹੁਤ ਵੱਡਾ ਹੈ, ਲੇਕਿਨ ਉੱਥੇ ਕਲ ਕਲੇਸ਼ ਹੈ। ਤਾਂ ਇਹਨੂੰ ਹੀ ਭਗਤ ਕਬੀਰ ਜੀ ਲੱਸੀ ਦਾ ਪੀਣਾ ਕਹਿ ਰਹੇ ਨੇ। ਯਾਨੀ ਇਹ ਸੰਸਾਰ, ਇਹ ਮਾਇਆ ਮਾਨੋ ਇੱਕ ਲੱਸੀ ਦੀ ਚਾਟੀ ਹੈ। ਸਾਡੇ ਜੋ ਸਵਾਸ ਨੇ, ਇਹ ਮਾਨੋ ਇੱਕ ਮਧਾਣੀ ਹੈ। ਜਿਹੜੇ ਲੋਕ ਸੱਚ ਦੇ ਨਾਲ ਜੁੜੇ ਨੇ, ਉਹਨਾਂ ਨੇ ਮੱਖਣ ਖਾ ਲਿਆ, ਭਾਵ ਉਹਨਾਂ ਨੇ ਜੀਵਨ ਦੇ ਤੱਤ ਨੂੰ ਪਾ ਲਿਆ। ਉਹ ਸਚਿਆਰ ਹੋ ਗਏ, ਆਤਮਿਕ ਜ਼ਿੰਦਗੀ ਜੀਵੀ, ਉਹਨਾਂ ਨੂੰ ਮਾਣ ਵੀ ਮਿਲਿਆ, ਸੁੱਖ ਵੀ ਮਿਲਿਆ, ਆਦਰ ਵੀ ਮਿਲਿਆ, ਉਹ ਮੁਕਤ ਵੀ ਹੋ ਗਏ। ਤੇ ਬਾਕੀ ਦੇ ਜੋ ਲੋਕ ਨੇ ਸੱਚ ਨਾਲੋਂ ਟੁੱਟੇ ਰਹੇ, ਜਿਨ੍ਹਾਂ ਨੇ ਜ਼ਿੰਦਗੀ ਠੀਕ ਢੰਗ ਦੇ ਨਾਲ ਨਹੀਂ ਜੀਵੀ, ਉਹਨਾਂ ਨੇ ਪਦਾਰਥ ਹੀ ਵਰਤੇ ਔਰ ਵਿਕਾਰਾਂ ਦੇ ਅੰਦਰ ਆਪਣੀ ਜ਼ਿੰਦਗੀ ਨੂੰ ਬਰਬਾਦ ਗਵਾ ਕੇ ਚਲੇ ਗਏ। ਅਗਲਾ ਸ਼ਲੋਕ ਫਿਰ ਇਹਦੇ ਨਾਲ ਮਿਲਦਾ ਹੈ। ਕਬੀਰ ਮਾਇਆ ਡੋਲਨੀ, ਪਵਨ ਵਹਿ ਹਿਵਤਾਰ। ਡੋਲਨੀ ਦਾ ਮਤਲਬ ਚਾਟੀ, ਵਹਿ ਦਾ ਮਤਲਬ ਚੱਲਦੀ ਹੈ, ਹਿਵ ਦਾ ਮਤਲਬ ਹੈ ਬਰਫ਼। ਹਿਵਤਾਰ ਦਾ ਮਤਲਬ ਬਰਫ਼ ਦੀ ਧਾਰ ਵਾਲਾ, ਠੰਡਾ, ਸ਼ੀਤਲ। ਪਵਨ ਦਾ ਮਤਲਬ ਸਵਾਸ। ਪਵਨ ਹਿਵਤਾਰ ਵਹਿ ਦਾ ਮਤਲਬ ਜਿਸ ਚਾਟੀ ਵਿੱਚ ਸ਼ਾਂਤ ਸਵਾਸ ਰੂਪ ਮਧਾਣੀ ਚੱਲਦੀ ਹੈ। ਹੁਣ ਦੇਖੋ, ਸਾਡੇ ਸਵਾਸ ਨੇ ਚੀਜ਼ ਨੂੰ ਥੋੜਾ ਜਿਹਾ ਸਮਝਣਾ ਹੈ। ਸਵਾਸ ਅਸੀਂ ਸਾਰੇ ਲੈ ਰਹੇ ਹਾਂ, ਜ਼ਿੰਦਗੀ ਅਸੀਂ ਸਾਰੇ ਦੁਨੀਆ ਦੇ ਲੋਕ ਜੀ ਰਹੇ ਹਾਂ, ਪਰ ਕੁਝ ਲੋਕ ਐਸੇ ਨੇ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਸ਼ਾਂਤੀ ਹੈ, ਉਹਨਾਂ ਦੇ ਜੀਵਨ ਵਿੱਚ ਪੋਜ਼ਿਟਿਵਿਟੀ ਹੈ, ਉਹਨਾਂ ਦੇ ਚਿਹਰੇ ਤੇ ਹਾਸਾ ਹੈ, ਉਹਨਾਂ ਦੇ ਚਿਹਰੇ ਤੇ ਨੂਰ ਹੈ, ਅੱਖਾਂ ਵਿੱਚ ਚਮਕ ਹੈ, ਖੁਸ਼ ਨੇ, ਪ੍ਰਸੰਨ ਨੇ, ਅੰਦਰੋਂ ਉਹ ਸ਼ਾਂਤ ਨੇ। ਯਾਨੀ ਉਹਨਾਂ ਦੇ ਸਵਾਸ ਸ਼ੀਤਲ ਨੇ, ਉਹਨਾਂ ਦੀ ਜ਼ਿੰਦਗੀ ਵਿੱਚ ਠੰਡਕ ਹੈ, ਸ਼ੀਤਲਤਾ ਹੈ। ਲੇਕਿਨ ਕੁਝ ਲੋਕ ਐਸੇ ਨੇ, ਜ਼ਿੰਦਗੀ ਜੀ ਰਹੇ ਨੇ, ਸਵਾਸ ਲੈ ਰਹੇ ਨੇ, ਪਰ ਉਹ ਕ੍ਰੋਧ ਦੇ ਨਾਲ ਸੜੇ ਹੋਏ ਨੇ। ਈਰਖਾ ਦੀ ਅੱਗ ਦੇ ਅੰਦਰ ਉਹਨਾਂ ਦੇ ਭਾਂਬੜ ਮੱਚਦੇ ਨੇ ਪਏ, ਈਰਖਾ ਦੇ। ਹੰਕਾਰ ਦੇ ਨਾਲ ਉਹ ਬੌਂਦਲੇ ਹੋਏ ਨੇ, ਕਾਮ ਕ੍ਰੋਧ ਦੇ ਅੰਦਰ ਉਹ ਖਚਤ ਨੇ, ਉਹਨਾਂ ਦੇ ਅੰਦਰ ਵਿਕਾਰਾਂ ਦੀ ਅੱਗ ਹੈ। ਇੱਕ ਦੇ ਅੰਦਰ ਇਹ ਪਵਨ ਜਿਹੜੀ ਇਹ ਸ਼ੀਤਲਤਾ ਪੈਦਾ ਕਰ ਰਹੀ ਹੈ, ਉਹਨਾਂ ਦੀ ਜ਼ਿੰਦਗੀ ਵਿੱਚ ਸੁੱਖ, ਸ਼ਾਂਤੀ, ਆਨੰਦ, ਖੇੜਾ, ਪ੍ਰਸੰਨਤਾ, ਸਤ, ਸੰਤੋਖ, ਦਇਆ, ਧਰਮ, ਧੀਰਜ ਆਦਿਕ ਨੇ। ਲੇਕਿਨ ਦੂਜਿਆਂ ਦੀ ਜ਼ਿੰਦਗੀ ਵਿੱਚ ਦੁੱਖ, ਪਰੇਸ਼ਾਨੀ, ਭੈ, ਸਹਿਮ, ਵਿਕਾਰ, ਪਾਪ ਔਰ ਅਪਰਾਧ ਨੇ। 2 ਕਿਸਮ ਦੀ ਜ਼ਿੰਦਗੀ ਹੈ। ਇਹ ਹੁਣ ਮਨੁੱਖ ਤੇ ਡਿਪੈਂਡ ਕਰੇਗਾ ਕਿ ਇਸ ਚਾਟੀ ਨੂੰ ਉਹਨੇ ਕਿਵੇਂ ਰਿੜਕਣਾ ਹੈ, ਇਸ ਮਾਇਆ ਦੇ ਅੰਦਰ, ਸੰਸਾਰ ਦੇ ਅੰਦਰ ਉਹਨੇ ਕਿਵੇਂ ਜੀਣਾ ਹੈ, ਕਿਸ ਜੀਵਨ ਜੁਗਤ ਨੂੰ ਉਸਨੇ ਅਪਣਾਉਣਾ ਹੈ। ਤਾਂ ਕਬੀਰ ਮਾਇਆ ਡੋਲਣੀ, ਪਵਨ ਵਹਿ ਹਿਵਤਾਰ। ਇਹ ਕਬੀਰ, ਇਹ ਦੁਨੀਆ ਮਾਨੋ ਦੁੱਧ ਦੀ ਇੱਕ ਚਾਟੀ ਹੈ, ਤੇ ਇਸ ਚਾਟੀ ਦੇ ਅੰਦਰ ਹਿਵਤਾਰ ਦਾ ਮਤਲਬ ਸ਼ੀਤਲ ਸਵਾਸ, ਸੱਚ ਵਾਲੇ, ਸੰਤੋਖ ਵਾਲੇ, ਸ਼ਾਂਤੀ ਵਾਲੇ ਜਿਹੜੇ ਸਵਾਸ ਨੇ, ਇਹ ਮਾਨੋ ਮਧਾਣੀ ਹਿਲਾਈ ਜਾ ਰਹੀ ਹੈ। ਇਹ ਸਵਾਸ ਮਧਾਣੀ ਨੇ। ਜਿਨ ਬਿਲੋਇਆ ਤਿਨ ਖਾਇਆ, ਅਵਰ ਬਿਲੋਵਨ ਹਾਰ। ਜਿਨ ਦਾ ਮਤਲਬ ਜਿਸ ਮਨੁੱਖ ਨੇ,
ਬਿਲੋਇਆ ਦਾ ਮਤਲਬ ਇਸ ਮਧਾਣੀ ਦੇ ਨਾਲ ਰਿੜਕਿਆ। ਮਧਾਣੀ ਦੋ ਤਰ੍ਹਾਂ ਦੀ ਹੋ ਗਈ ਨਾ, ਸੋਚ ਦੋ ਤਰ੍ਹਾਂ ਦੀ ਹੋ ਗਈ। ਇੱਕ ਸਤ ਸੰਤੋਖ ਵਾਲੀ ਮਧਾਣੀ ਦੇ ਨਾਲ ਕੋਈ ਇਸ ਜੀਵਨ ਨੂੰ ਰਿੜਕ ਰਿਹਾ ਹੈ, ਇੱਕ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਾਲੀ ਮਧਾਣੀ ਦੇ ਨਾਲ ਰਿੜਕ ਰਿਹਾ ਹੈ ਜੀਵਨ ਨੂੰ। ਤਾਂ ਕਬੀਰ ਜੀ ਕਹਿੰਦੇ ਨੇ, ਜਿਸ ਭਾਗਾਂ ਵਾਲੇ ਮਨੁੱਖ ਨੇ ਇਸ ਮਧਾਣੀ ਨਾਲ ਦੁੱਧ ਰਿੜਕਿਆ, ਉਹਨੇ ਮੱਖਣ ਖਾਧਾ, ਉਹਨੇ ਸੁਖ ਪ੍ਰਾਪਤ ਕੀਤਾ। ਜਿਨਨੇ ਸਤ ਸੰਤੋਖ ਦਇਆ ਧਰਮ ਧੀਰਜ ਗਿਆਨ ਵੈਰਾਗ ਨਿਮਾਨਤਾ ਸੇਵਾ ਸਿਮਰਨ ਪ੍ਰੇਮ ਆਦਿਕ ਸ਼ੁਭ ਗੁਣਾਂ ਦੇ ਨਾਲ ਜ਼ਿੰਦਗੀ ਜੀਵੀ, ਹਰ ਸਵਾਸ ਇਹਨਾਂ ਗੁਣਾਂ ਦੇ ਨਾਲ ਬਿਤਾਇਆ, ਉਹਨੇ ਮੱਖਣ ਖਾ ਲਿਆ, ਉਹਨੂੰ ਜੀਵਨ ਦਾ ਤੱਤ ਸਾਰ ਮਿਲ ਗਿਆ, ਉਹਨੂੰ ਮੁਕਤੀ ਮਿਲ ਗਈ, ਉਹਨੂੰ ਸ਼ਾਂਤੀ ਮਿਲ ਗਈ, ਖੁਸ਼ੀ ਮਿਲ ਗਈ, ਚੜ੍ਹਦੀ ਕਲਾ ਦੇ ਵਿੱਚ ਉਹ ਜੀਵਿਆ। ਅਵਰ ਬਿਲੋਵਨ ਹਾਰ। ਬਾਕੀ ਜਿਹੜੇ ਲੋਕ ਨੇ ਜੋ ਗੁਣਾਂ ਦੇ ਨਾਲ ਟੁੱਟੇ ਹੋਏ ਨੇ, ਉਹ ਸਿਰਫ ਰਿੜਕਦੇ ਹੀ ਨੇ, ਉਹਨਾਂ ਨੂੰ ਕੁਝ ਮਿਲਦਾ ਨਹੀਂ। ਜਿਵੇਂ ਪਾਣੀ ਵਿੱਚ ਮਧਾਣੀ ਪਾਈ ਹੋਵੇ ਤੇ ਪਾਣੀ ਦੇ ਵਿੱਚ ਮਧਾਣੀ ਪਾ ਕੇ ਕੋਈ ਰਿੜਕੀ ਜਾਏ ਤਾਂ ਉਹਦੇ ਵਿੱਚੋਂ ਤੇ ਕੁਝ ਵੀ ਨਹੀਂ ਨਿਕਲਣਾ, ਪਛਤਾਵਾ ਮਿਲੇਗਾ। ਬਾਕੀ ਲੋਕ ਜ਼ਿੰਦਗੀ ਜੀ ਰਹੇ ਨੇ, ਲੇਕਿਨ ਉਹਨਾਂ ਨੂੰ ਮੱਖਣ ਨਹੀਂ ਮਿਲਦਾ, ਉਹਨਾਂ ਨੂੰ ਸੁੱਖ ਨਹੀਂ ਮਿਲਦਾ, ਸ਼ਾਂਤੀ ਨਹੀਂ ਮਿਲਦੀ, ਖੁਸ਼ੀ ਨਹੀਂ ਮਿਲਦੀ, ਪੋਜ਼ਿਟਿਵਿਟੀ ਨਹੀਂ ਮਿਲਦੀ, ਉਹਨਾਂ ਨੂੰ ਸਕਾਰਾਤਮਕ ਸੋਚ ਨਹੀਂ ਮਿਲਦੀ, ਉਹ ਚੜ੍ਹਦੀ ਕਲਾ ਵਿੱਚ ਨਹੀਂ ਰਹਿੰਦੇ। ਹੁਣ ਇਹ ਦੋਵੇਂ ਗੱਲਾਂ ਅਸੀਂ ਇਸ ਸਮਾਜ ਵਿੱਚ ਪਰਖ ਸਕਦੇ ਹਾਂ। ਕੰਮ ਸਾਰੇ ਲੋਕ ਕਰ ਰਹੇ ਨੇ, ਬੋਲ ਸਾਰੇ ਰਹੇ ਨੇ, ਵੇਖ ਸਾਰੇ ਰਹੇ ਨੇ, ਸੁਣ ਸਾਰੇ ਰਹੇ ਨੇ, ਘਰ-ਬਾਰ ਦੇ ਅੰਦਰ ਸਾਰੇ ਲੋਕ ਰਹਿ ਰਹੇ ਨੇ, ਲੇਕਿਨ ਇੱਕ ਆਦਮੀ ਦੀ ਜ਼ਿੰਦਗੀ ਵਿੱਚ ਸੁੱਖ ਸ਼ਾਂਤੀ ਹੈ ਔਰ ਇੱਕ ਆਦਮੀ ਦੀ ਜ਼ਿੰਦਗੀ ਵਿੱਚ ਦੁੱਖ ਔਰ ਅਸ਼ਾਂਤੀ ਹੈ। ਰਹਿ ਉਹ ਵੀ ਐਸੇ ਜ਼ਮੀਨ ਤੇ ਰਹੇ ਨੇ, ਐਸੇ ਹਵਾ ਚੋਂ ਹੀ ਸਾਰੇ ਸਵਾਸ ਲੈ ਰਹੇ ਨੇ, ਇੱਕੋ ਹੀ ਸੂਰਜ ਸਾਰਿਆਂ ਨੂੰ ਧੁੱਪ ਦੇ ਰਿਹਾ ਹੈ, 24 ਘੰਟੇ ਹੀ ਟਾਈਮ ਸਾਰਿਆਂ ਨੂੰ ਮਿਲਦਾ ਹੈ, ਇੱਕ ਜੈਸਾ ਹੀ ਸਾਰਿਆਂ ਦਾ ਸਰੀਰ ਹੈ, ਪਰ ਕੁਝ ਲੋਕ ਸੁਖੀ ਨੇ, ਕੁਝ ਲੋਕ ਦੁਖੀ ਨੇ। ਉਹਦਾ ਕਾਰਨ ਕਿ ਮਧਾਣੀ ਅਲੱਗ-ਅਲੱਗ ਪਾਈ ਹੋਈ ਹੈ, ਜ਼ਿੰਦਗੀ ਜੀਣ ਦਾ ਢੰਗ ਅਲੱਗ-ਅਲੱਗ ਹੈ। ਇੱਕ ਤੇ ਉਹ ਨੇ ਜੋ ਸਤ ਸੰਤੋਖ ਦੇ ਨਾਲ ਜੁੜੇ ਨੇ, ਉਹ ਮੱਖਣ ਖਾ ਰਹੇ ਨੇ, ਉਹ ਜੀਵਨ ਦੇ ਤੱਤ ਨੂੰ ਮਾਣਦੇ ਨੇ, ਉਹ ਸਚਿਆਰ ਹੋ ਜਾਂਦੇ ਨੇ, ਉਹਨਾਂ ਦੀ ਜ਼ਿੰਦਗੀ ਵਿੱਚ ਖੁਸ਼ੀ ਹੈ, ਉਹ ਦੂਜਿਆਂ ਨੂੰ ਵੀ ਖੁਸ਼ੀ ਦਿੰਦੇ ਨੇ। ਤੇ ਦੂਜੇ ਜੋ ਦੀਨ ਨੂੰ ਗਵਾ ਲੈਂਦੇ ਨੇ ਦੁਨੀ ਦੀ ਖਾਤਰ, ਕਬੀਰ ਦੀਨ ਗਵਾਇਆ ਦੁਨੀ ਸਿਉ, ਉਹ ਆਪਣੇ ਪੈਰਾਂ ਤੇ ਆਪ ਹੀ ਕੁਹਾੜਾ ਮਾਰ ਲੈਂਦੇ ਨੇ, ਉਹ ਕੇਵਲ ਜ਼ਿੰਦਗੀ ਜੀ ਵੀ ਜਾਂਦੇ ਨੇ, ਢੋਈ ਜਾਂਦੇ ਨੇ, ਉਹਨਾਂ ਨੂੰ ਮਿਲਦਾ ਕੁਛ ਵੀ ਨਹੀਂ। ਕਬੀਰ ਮਾਇਆ ਚੋਰਟੀ ਮੁਸ ਮੁਸ ਲਾਵੇ ਹਾਟ। ਚੋਰਟੀ ਲਫ਼ਜ਼ ਚੋਰ ਤੋਂ ਬਣਿਆ ਹੈ, ਜਿਵੇਂ ਚੋਰਠਾ ਅਲਪਾਰਥਕ ਨਾਮ ਪੁਲਿੰਗ ਚੋਰਟਾ, ਤੇ ਇਸ ਚੋਰਟੇ ਤੋਂ ਹੀ ਇਹਦਾ ਇਸਤਰੀ ਲਿੰਗ ਸ਼ਬਦ ਹੈ ਚੋਰਟੀ। ਚੋਰਟੀ ਦਾ ਮਤਲਬ ਚੰਦਰੀ ਜੀ ਚੋਰਨੀ। ਚੰਦਰੀ ਜਿਵੇਂ ਅਸੀਂ ਕਹਿੰਦੇ ਨਾ, ਫਲਾਂ ਬੰਦਾ ਬੜਾ ਚੰਦਰਾ ਹੈ ਜਾਂ ਫਲਾਂ ਬੀਬੀ ਬੜੀ ਚੰਦਰੀ ਹੈ। ਠੱਗਣੀ, ਜਿਵੇਂ ਅਸੀਂ ਪਿੰਡਾਂ ਦੇ ਵਿੱਚ ਕਹਿ ਦਿੰਦੇ ਆ, ਫਲਾਂ ਬੀਬੀ ਜਾਂ ਫਲਾਂ ਬੇਬੇ ਮੋਮੋ ਠੱਗਣੀ ਹੈ, ਮੋਮੋ ਠੱਗਣੀਆਂ ਕਰਨੀਆਂ, ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਤੇ ਆਪਣੇ ਨਾਲ ਲੋਕਾਂ ਨੂੰ ਲਾ ਲੈਣਾ, ਮੋਮੋ ਠੱਗਣੀ। ਚੋਰਨੀ, ਚੰਦਰੀ। ਮੁਸਮੁਸ ਦਾ ਮਤਲਬ ਠੱਗ ਠੱਗ ਕੇ, ਠੱਗ ਠੱਗ ਕੇ। ਲਾਵੇ ਹਾਟ, ਹਾਟ ਦਾ ਮਤਲਬ ਹੱਟੀ, ਲਾਵੇ ਦਾ ਮਤਲਬ ਲਿਆਉਂਦੀ ਹੈ, ਹੱਟੀ ਸਜਾਉਂਦੀ ਹੈ ਆਪਣੀ, ਠੱਗ ਠੱਗ ਕੇ ਹੱਟੀ ਵਿੱਚ ਲਿਆਉਂਦੀ ਹੈ। ਕਈ ਜਿਹੜੀਆਂ ਪੁਰਾਤਨ ਬੀੜਾਂ ਨੇ, ਉਹਨਾਂ ਵਿੱਚ ਲਾਵੇ ਦੀ ਜਗ੍ਹਾ ਤੇ ਪਾਠ ਲਿਆਵੇ ਵੀ ਮਿਲਦਾ ਹੈ। ਲਾਵੇ ਦਾ ਮਤਲਬ ਇੱਥੇ ਹੈ ਲਿਆਉਂਦੀ ਹੈ। ਕਬੀਰ ਜੀ ਕਹਿੰਦੇ ਨੇ, ਇਹ ਮਾਇਆ ਮੋਮੋ ਠੱਗਣੀ ਹੈ। ਜੋ ਲੋਕ ਦੀਨ ਵਿਸਾਰ ਕੇ ਨਿਰੀ ਦੁਨੀਆ ਦੀ ਖਾਤਰ ਭਟਕ ਰਹੇ ਨੇ, ਉਹਨਾਂ ਨੂੰ ਠੱਗ ਠੱਗ ਕੇ ਮਾਇਆ ਆਪਣੀ ਹੱਟੀ ਤੇ ਲਿਆਉਂਦੀ ਹੈ, ਆਪਣੇ ਨਾਲ ਜੋੜਦੀ ਹੈ। ਹੁਣ ਇਹ ਚੀਜ਼ ਸਮਝਣ ਵਾਲੀ ਹੈ ਕਿ ਮਾਇਆ ਦੀ ਹੱਟੀ ਕਿਹੜੀ ਹੈ ਔਰ ਮਾਇਆ ਹੈ ਕੀ ਹੈ। ਅਸੀਂ ਕੇਵਲ ਪਦਾਰਥਾਂ ਨੂੰ ਮਾਇਆ ਕਹਿ ਕੇ ਜਦੋਂ ਵਿਆਖਿਆ ਕਰਦੇ ਹਾਂ ਤਾਂ ਉਦੋਂ ਪ੍ਰੋਬਲਮ ਆਉਂਦੀ ਹੈ। ਮਾਇਆ ਆਮ ਜਦੋਂ ਆਉਂਦਾ ਨਾ ਸ਼ਬਦ, ਤਾਂ ਉਹਦਾ ਅਰਥ ਹੈ ਸਾਡੀ ਇੱਕ ਸੋਚ। ਉਹ ਸੋਚ ਜੋ ਸਾਡੇ ਅੰਦਰ ਸੈਲਫਿਸ਼ਨੈਸ ਪੈਦਾ ਕਰਦੀ ਹੈ, ਉਹ ਸੋਚ ਜੋ ਸਾਡੇ ਅੰਦਰ ਮੇਰ ਤੇਰ ਦੇ ਵਿਤਕਰੇ ਪੈਦਾ ਕਰਦੀ ਹੈ, ਉਹ ਸੋਚ ਜੋ ਬੰਦੇ ਨੂੰ ਬੰਦੇ ਦੇ ਅੰਦਰ ਰੱਬ ਨਹੀਂ ਵੇਖਣ ਦਿੰਦੀ ਜਾਂ ਬੰਦੇ ਨਾਲ ਰੱਬ ਵਰਗਾ ਵਿਹਾਰ ਨਹੀਂ ਕਰਨ ਦਿੰਦੀ। ਇਹ ਸੋਚ ਜਿਹੜੀ ਹੈ ਨਾ, ਇਹ ਮਾਇਆ ਹੈ।
ਔਰ ਇਹ ਮੋਮੋ ਠੱਗਣੀ ਹੈ, ਇਹ ਜੀਵਾਂ ਨੂੰ ਠੱਗ ਠੱਗ ਕੇ ਵਿਕਾਰਾਂ ਦੇ ਨਾਲ ਲਾਉਂਦੀ ਹੈ, ਸੈਲਫਿਸ਼ਨੈਸ ਪੈਦਾ ਕਰ ਦਿੰਦੀ ਹੈ, ਮੇਰ ਤੇਰ ਦੇ ਵਿਤਕਰੇ ਪੈਦਾ ਹੋ ਜਾਂਦੇ ਨੇ, ਔਰ ਬੰਦਾ ਬੰਦੇ ਦਾ ਵੈਰੀ ਬਣ ਜਾਂਦਾ ਹੈ। ਹੋਰ ਬਹੁਤ ਸਾਰੇ ਜਿਹੜੇ ਵਿਕਾਰ ਨੇ ਉਹ ਇਹਦੇ ਅੰਦਰ ਬੰਦੇ ਦੇ ਅੰਦਰ ਪੈਦਾ ਹੋ ਜਾਂਦੇ। ਤਾਂ ਇਹ ਜੋ ਸੋਚ ਹੈ ਇਹ ਮੋਮੋ ਠੱਗਣੀ ਹੈ, ਔਰ ਲੋਕਾਂ ਨੂੰ ਠੱਗ ਠੱਗ ਕੇ ਕੁਰਾਹੇ ਪਾ ਪਾ ਕੇ ਆਪਣੀ ਦੁਕਾਨ ਸਜਾਉਂਦੀ ਹੈ। ਔਰ ਹਕੀਕਤ ਹੈ ਕਿ ਮਾਇਆ ਦੀ ਦੁਕਾਨ ਕਿੰਨੀ ਸਜੀ ਹੋਈ ਹੈ ਨਾ ਦੁਨੀਆ ਦੇ ਅੰਦਰ। ਆਪ ਧਿਆਨ ਦੇ ਨਾਲ ਗਹੁ ਦੇ ਨਾਲ ਜਦੋਂ ਦੇਖੋਗੇ ਤਾਂ ਕਿਵੇਂ ਆਮ ਬੰਦੇ ਦੀ ਜ਼ਿੰਦਗੀ ਦੇ ਅੰਦਰ ਮੇਰ ਤੇਰ ਦੇ ਵਿਤਕਰੇ ਨੇ, ਆਪਣੇ ਪਰਾਏ ਦੇ ਭੇਦ ਭਾਵ ਨੇ, ਜਾਤੀਵਾਦ ਹੈ, ਈਗੋ ਹੈ, ਔਰ ਮੋਹ ਆਦਿਕ ਹੈ, ਜਾਂ ਈਰਖਾ ਦਵੇਸ਼ ਹੈ, ਪਾਪ ਕਰਮ ਨੇ। ਇਹ ਸਾਰੇ ਮਾੜੀ ਸੋਚ ਦਾ ਨਤੀਜਾ ਹੈ। ਤੇ ਜਿਨ੍ਹਾਂ ਨੇ ਦੀਨ ਨੂੰ ਛੱਡ ਦਿੱਤਾ ਹੈ ਉਹ ਦੁਨੀ ਦੇ ਨਾਲ ਹੀ ਜੁੜੇ ਰਹਿੰਦੇ ਨੇ, ਔਰ ਇਸ ਤਰ੍ਹਾਂ ਇਹ ਮਾਇਆ ਦੀ ਜਿਹੜੀ ਦੁਕਾਨ ਹੈ ਨਿਤ ਹੀ ਹੋਰ ਹੋਰ ਸਜਦੀ ਜਾਂਦੀ ਹੈ ਕਿ ਜੀਵਾਂ ਨੂੰ ਵਿਕਾਰਾਂ ਦੇ ਨਾਲ ਜੋੜੀ ਜਾਂਦੀ ਹੈ, ਜੋ ਮਨੁੱਖਾਂ ਦੀ ਸੋਚ ਹੈ। ਏਕ ਕਬੀਰਾ ਨਾ ਮੁਸੈ ਜਿਨ ਕੀਨੀ ਬਾਰ ਹੈ ਬਾਟ। ਏਕ ਦਾ ਮਤਲਬ ਇੱਕ ਉਹ ਬੰਦਾ, ਨਾ ਮੁਸੈ ਦਾ ਮਤਲਬ ਠੱਗਿਆ ਨਹੀਂ ਜਾਂਦਾ, ਜਿਨ ਦਾ ਮਤਲਬ ਜਿਸ ਨੇ, ਬਾਰਹ ਬਾਟ ਦਾ ਮਤਲਬ 12 ਟੋਟੇ ਕਰ ਦਿੱਤੇ। ਇੱਥੇ ਬਾਰਹ ਬਾਟ ਦਾ ਮਤਲਬ ਹੈ ਟੁਕੜੇ ਟੁਕੜੇ ਕਰਨਾ। ਬਾਰਹ ਬਾਟ 12 ਟੋਟੇ, ਤੇ ਇਹਦਾ ਭਾਵ ਹੋਏਗਾ ਟੁਕੜੇ ਟੁਕੜੇ। ਕਬੀਰ ਜੀ ਕਹਿੰਦੇ ਨੇ ਸਿਰਫ ਉਹ ਮਨੁੱਖ ਇਹਦੀ ਠੱਗੀ ਤੋਂ ਬਚਿਆ ਰਹਿੰਦਾ ਹੈ ਜਿਨਨੇ ਇਸ ਮਾਇਆ ਦੇ ਟੁਕੜੇ ਟੁਕੜੇ ਕਰ ਦਿੱਤੇ ਨੇ, ਭਾਵ ਇਸ ਮਾਇਆ ਨੂੰ ਖਤਮ ਕਰ ਦਿੱਤਾ ਹੈ। ਮਾਇਆ ਦਾ ਮਤਲਬ ਇਸ ਸੋਚ ਨੂੰ ਟੁਕੜੇ ਟੁਕੜੇ ਕਰ ਦੇਣਾ, ਇਸ ਸੋਚ ਨੂੰ ਖਤਮ ਕਰ ਦੇਣਾ, ਜਿਹੜੀ ਸੋਚ ਸਾਨੂੰ ਇੱਕ ਦੂਜੇ ਨਾਲ ਰੱਬ ਵਰਗਾ ਵਿਹਾਰ ਨਹੀਂ ਕਰਨ ਦਿੰਦੀ, ਜਿਹੜੀ ਸੋਚ ਕਰਕੇ ਮੇਰ ਤੇਰ ਦੇ ਵਿਤਕਰੇ ਪੈਦਾ ਹੁੰਦੇ ਨੇ, ਜਿਹੜੀ ਸੋਚ ਸਾਡੇ ਅੰਦਰ ਸੈਲਫਿਸ਼ਨੈਸ ਪੈਦਾ ਕਰਦੀ ਹੈ, ਉਸ ਸੋਚ ਨੂੰ ਹੀ ਖਤਮ ਕਰ ਦਿੱਤਾ। ਜਿਨਨੇ ਉਸ ਸੋਚ ਨੂੰ ਖਤਮ ਕਰ ਦਿੱਤਾ ਉਹ ਨਹੀਂ ਠੱਗਿਆ ਜਾਂਦਾ। ਕਬੀਰ ਜੀ ਦਾ ਬੜਾ ਪਿਆਰਾ ਇੱਕ ਸਲੋਕ ਹੈ, ਸ਼ਬਦ ਹੈ। ਕਬੀਰ ਜੀ ਕਹਿੰਦੇ ਨੇ, ਨਾਕੋਂ ਕਾਟੀ ਕਾਨੋਂ ਕਾਟੀ ਕਾਟ ਕੂਟ ਕੇ ਡਾਰੀ, ਕਹੋ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ। ਕਬੀਰ ਜੀ ਕਹਿੰਦੇ ਨੇ ਮੇਰੇ ਕੋਲ ਮਾਇਆ ਆਈ ਤੇ ਮੈਂ ਮਾਇਆ ਦਾ ਨੱਕ ਵੀ ਵੱਢ ਦਿੱਤਾ, ਮਾਇਆ ਦੇ ਕੰਨ ਵੱਢ ਦਿੱਤੇ, ਤੇ ਵੱਢ ਵੁੱਢ ਕੇ ਮੈਂ ਉਹ ਪਰੇ ਮਾਰੀ। ਤੇ ਕਿਸੇ ਬੰਦੇ ਨੇ ਕਿਹਾ ਵੀ ਕਬੀਰ ਜੀ ਜਦੋਂ ਮਾਇਆ ਤੁਹਾਡੇ ਕੋਲ ਆਈ ਸੀ ਤਾਂ ਤੁਸੀਂ ਉਹਦਾ ਗਲ ਹੀ ਵੱਢ ਦਿੰਦੇ, ਨੱਕ ਕੰਨ ਕਿਉਂ ਵੱਢਿਆ? ਵੀ ਸਿਆਪਾ ਹੀ ਮੁੱਕ ਜਾਂਦਾ, ਗਲਾ ਹੀ ਕੱਟ ਦਿੰਦੇ। ਕਬੀਰ ਜੀ ਕਹਿਣ ਲੱਗੇ ਵੀ ਮਾਇਆ ਦੇ ਨੱਕ ਔਰ ਕੰਨ ਨਹੀਂ ਹੁੰਦੇ ਨੇ, ਗਲਾ ਨਹੀਂ ਹੁੰਦਾ। ਕਹਿਣ ਲੱਗੇ ਉਹ ਕਿਵੇਂ? ਹੁਣ ਇਹ ਚੀਜ਼ ਨਾ ਸਮਝਣ ਵਾਲੀ ਹੈ। ਆਮ ਜੋ ਬੰਦਾ ਦੁਨੀਆ ਦੇ ਅੰਦਰ ਕੰਮ ਕਰਦਾ ਹੈ ਨਾ, ਸੱਚ ਨਾਲ ਟੁੱਟਦਾ ਹੈ ਨੱਕ ਰੱਖਣ ਵਾਸਤੇ। ਆਮ ਬੰਦਾ ਨੱਕ ਰੱਖਣ ਵਾਸਤੇ ਕੰਮ ਕਰਦਾ ਨਾ। ਜਦੋਂ ਅਸੀਂ ਕਹੀਏ ਵੀ ਦਾਜ ਦਹੇਜ ਥੋੜਾ ਘੱਟ ਦੇ ਲਓ, ਵਿਆਹ ਦੇ ਵਿੱਚ ਖਰਚਾ ਥੋੜਾ ਘੱਟ ਕਰ ਲਓ, ਲੋਕ ਕਹਿੰਦੇ ਨੇ ਨੱਕ ਨਹੀਂ ਰਹਿੰਦਾ। ਜੇ ਕਿਸੇ ਨੂੰ ਕਹੋ ਵੀ ਬਰਾਤ ਇੰਨੀ ਕਿਉਂ ਲੈ ਕੇ ਜਾ ਰਹੇ ਹੋ, ਘੱਟ ਲੈ ਜਾਓ, ਤੇ ਬੰਦਾ ਕਹਿੰਦਾ ਸਾਡਾ ਨੱਕ ਨਹੀਂ ਰਹਿੰਦਾ, ਅਸੀਂ ਇੰਨਿਆਂ ਲੋਕਾਂ ਦੇ ਘਰ ਗਏ ਸਾਂ ਤੇ ਲੋਕ ਕੀ ਕਹਿਣਗੇ, ਵੀ ਆਪਣੇ ਮੁੰਡੇ ਵੀ ਇਸ ਤਰ੍ਹਾਂ। ਆਮ ਜੋ ਬੰਦਾ ਹੈ ਕੰਮ ਨੱਕ ਰੱਖਣ ਵਾਸਤੇ ਕਰਦਾ ਹੈ, ਮੂੰਹ ਰੱਖਣ ਵਾਸਤੇ ਕਰਦਾ ਹੈ, ਸਮਾਜ ਦੀ ਪਰਵਾਹ ਕਰਦਾ ਹੈ। ਜੇ ਲੋਕਾਂ ਨੂੰ ਕਹੀਏ ਨਾ ਵੀ ਇਹ ਕਰਮ, ਉਹ ਲੋਕ ਆਮ ਕਹਿੰਦੇ ਨੇ ਕਿ ਪਤਾ ਤੇ ਸਾਨੂੰ ਹੈ ਵੀ ਇਹ ਗੁਰਮਤ ਨਹੀਂ ਹੈ, ਇਹ ਕਰਮ ਵਿਅਰਥ ਨੇ, ਪਰ ਨਾ ਕਰੀਏ ਤੇ ਲੋਕ ਲਾਜ ਨਹੀਂ ਰਹਿੰਦੀ। ਲੋਕ ਲਾਜ ਕਰਕੇ ਲੋਕ ਬਹੁਤ ਸਾਰੇ ਗਲਤ ਕਰਮ ਕਰੀ ਜਾਂਦੇ ਨੇ, ਕਰਜ਼ਾਈ ਹੋ ਜਾਂਦੇ ਨੇ, ਹੋਰ ਕਿੰਨੇ ਸਾਰੇ ਕਰਮ ਕਰੀ ਜਾਂਦੇ ਨੇ ਲੋਕ ਲਾਜ ਵਾਸਤੇ, ਨੱਕ ਰੱਖਣ ਵਾਸਤੇ। ਤੇ ਬੰਦਾ ਇਹ ਹੈ ਮਾਇਆ ਦਾ ਨੱਕ, ਵੀ ਨੱਕ ਰੱਖਣ ਵਾਸਤੇ ਕੰਮ ਕਰਨਾ, ਲੋੜ ਨਹੀਂ ਹੈ ਨੱਕ ਰੱਖਣ ਵਾਸਤੇ। ਤੇ ਦੂਜਾ ਹੈ ਫਿਰ ਉਹ ਕੰਮ ਕਰਕੇ ਤੇ ਕੰਨਾਂ ਦੇ ਨਾਲ ਉਹਦੀ ਬੰਦਾ ਸ਼ੋਭਾ ਸੁਣਨੀ ਚਾਹੁੰਦਾ ਹੈ। ਫਿਰ ਨਾ ਜੇ ਕੋਈ ਨਾ ਕਹੇ ਤੇ ਫਿਰ ਆਪ ਪੁੱਛੀਦਾ ਵਿਆਹ ਕਿਵੇਂ ਲੱਗਾ, ਤੇ ਲੋਕ ਕਹਿੰਦੇ ਨੇ ਵਾਹ ਜੀ ਵਾਹ, ਧੰਨ ਧੰਨ ਕਰਾਤੀ, ਤੇ ਬਹਿ ਜਾ ਕਰਾਤੀ। ਬੰਦਾ ਖੁਸ਼ ਹੁੰਦਾ ਨਾ, ਕਾਰ ਲਈ ਕਿਵੇਂ ਲੱਗੀ, ਵਾਹ ਜੀ ਵਾਹ, ਤਾਂ ਬੱਲੇ ਬੱਲੇ ਹੋ ਗਈ, ਫਿਰ ਬੰਦਾ ਖੁਸ਼ ਹੁੰਦਾ ਨਾ। ਇਹਨੂੰ ਕਹਿੰਦੇ ਨੇ ਮਾਇਆ ਦੇ ਕੰਨ। ਬੰਦਾ ਲੋਕ ਲਾਜ ਵਾਸਤੇ ਆਮ ਕੰਮ ਕਰਦਾ ਹੈ, ਔਰ ਫਿਰ ਕੰਨਾਂ ਦੇ ਨਾਲ ਉਹਦੀ ਸ਼ੋਭਾ ਸੁਣਨੀ ਚਾਹੁੰਦਾ ਹੈ। ਕਬੀਰ ਜੀ ਕਹਿੰਦੇ ਨੇ ਮੈਂ ਜੋ ਵੀ ਕੰਮ ਕਰਦਾ ਹਾਂ ਉਹ ਲੋਕ ਲਾਜ ਵਾਸਤੇ ਨਹੀਂ ਕਰਦਾ, ਮੈਂ ਉਹ ਕੰਮ ਕਰ ਰਿਹਾ ਹਾਂ ਜੋ ਜ਼ਰੂਰੀ ਹੈ, ਜਿਹਦੀ ਲੋੜ ਹੈ ਮੈਨੂੰ ਵੀ, ਸਮਾਜ ਨੂੰ ਵੀ।
मैं नक रखने वास्ते कोई गलत कर्म नहीं करता। मैनू जरूरत नहीं है तीर्थां ते जाण दी, वरत रखण दी, श्रद्धा रखण दी, नराते करन दी, लोक लाज वास्ते मैं कोई इहो जिहा कर्म नहीं करता। और ना ही मैं कन्नां दे नाल शोभा सुननी चाहना। शोभा सुनन दी की लोड़ है? जिस काम की जरूरत है, सच बोल रहे हैं तो शोभा सुनने वास्ते थोड़ी बोल रहे हैं, सच की लोड़ है ना। तो कबीर जी कहते ने, एक कबीरा नाम उसै जिन कीनी 12 बाट। एक वो बंदा इस माया तो नहीं ठग्या जाता जिसने इस माया के टुकड़े टुकड़े कर दिते। तो ਇਹਦਾ मतलब ਇਹ ਜਿਹੜੀ सोच है ना माड़ी, ਇਹਦੇ ਅਸੀਂ टुकड़े टुकड़े कर सकते हाँ। ये पॉसिबिलिटी है। इस सोच ਨੂੰ खत्म किया जा सकता है जे बंदा चाहे ਤਾਂ। ਸਮਝਣ ਦੀ ਲੋੜ ਹੈ। ਜਦੋਂ ਸਮਝ ਆ ਜਾਏ ਨਾ ਕਿ ਮਾਇਆ ਕਿਹਨੂੰ ਕਹਿੰਦੇ ਨੇ, ਕਿ ਇਹ ਮਾੜੀ ਸੋਚ ਨੂੰ, ਤੇ ਇਸ ਮਾੜੀ ਸੋਚ ਕਰਕੇ ਹੀ समाज दे अंदर दुख ने, समाज अंदर पाप ने, अपराध ने, मेर तेर दे वितकरे ने, रिश्वतखोरी है, चोर बाजारी है, 2 नंबर दे धंधे ने, ये सारे माड़ी सोच करके ने। ते जे बंदा इस सोच नूं खत्म कर देवे, हर आदमी, मैं भी, तुसीं भी, होर भी लोग माड़ी सोच नूं खत्म कर देण ते समाज सुखी हो जाएगा। इसलिए कबीर जी कहंदे ने कि माया ये सोच ਲੋਕਾਂ ਨੂੰ ਠੱਗ ਠੱਗ ਕੇ ਮੋਮੋ ਠਗਣੀ ਦੀ ਤਰ੍ਹਾਂ ਵਿਕਾਰਾਂ ਦੇ ਨਾਲ ਜੋੜਦੀ ਹੈ, ਆਪਣੀ ਹੱਟੀ ਨੂੰ ਸਜਾਉਂਦੀ ਹੈ। ਲੇਕਿਨ ਇੱਕ ਉਹ ਬੰਦਾ ਨਹੀਂ ਠੱਗਿਆ ਜਾਂਦਾ ਜਿਸ ਨੇ ਇਸ ਸੋਚ ਨੂੰ ਖੰਡ ਖੰਡ ਕਰ ਦਿੱਤਾ ਹੈ ਗਿਆਨ ਦੇ ਨਾਲ, ਗੁਰੂ ਦੇ ਬਖਸ਼ਿਸ਼ ਦੇ ਨਾਲ। ਅਗਲੇ ਸ਼ਲੋਕ ਵਿੱਚ ਕਹਿ ਰਹੇ ਨੇ, ਕਬੀਰ ਸੂਖ ਨਾ ਇਹ ਜੁਗ ਕਰਹਿ ਜੋ ਬਹੁਤੈ ਮੀਤ, ਜੋ ਚਿਤ ਰਾਖਹਿ ਏਕ ਸਿਉ ਤੇ ਸੁਖ ਪਾਵਹਿ ਨੀਤ। ਇਹ ਯੁੱਗ ਦਾ ਮਤਲਬ ਇਸ ਯੁੱਗ ਵਿੱਚ, ਇਸ ਸਮੇਂ ਦੇ ਅੰਦਰ, ਮਨੁੱਖਾ ਜਨਮ ਵਿੱਚ। ਇੱਥੇ ਯੁੱਗ ਦਾ ਮਤਲਬ ਹੈ ਸਮਾਂ, ਜੋ ਸਮਾਂ ਸਾਨੂੰ ਮਿਲਿਆ ਹੈ ਜੀਵਨ, ਜਨਮ ਤੋਂ ਲੈ ਕੇ ਮੌਤ ਤੱਕ। ਇਹ ਯੁੱਗ ਦਾ ਮਤਲਬ ਇਸ ਜਨਮ ਵਿੱਚ, ਜੀਵਨ ਵਿੱਚ। ਕਰਹਿ ਦਾ ਮਤਲਬ ਜੋ ਤੂੰ ਬਣਾ ਰਿਹਾ ਹੈ। ਬਹੁਤੈ, ਇਹਨੂੰ ਬਹੁਤੇ ਨਹੀਂ ਪੜਨਾ, ਬਹੁਤੈ ਪੜਨਾ ਹੈ ਦੁਲਾਵਾਂ ਲਗਾ ਕੇ। ਬਹੁਤੈ, ਬਹੁਤੇ ਦਾ ਮਤਲਬ ਬਹੁਤ ਸਾਰੇ, ਮੀਤ ਦਾ ਮਤਲਬ ਮਿੱਤਰ, ਯਾਰ ਦੋਸਤ। ਹੁਣ ਕਬੀਰ ਜੀ ਕਹਿੰਦੇ ਨੇ ਕਿ हे ਕਬੀਰ, ਦੀਨ ਵਿਸਾਰ ਕੇ, ਰੱਬ ਨੂੰ ਭੁਲਾ ਕੇ ਜੋ ਤੂੰ ਬਹੁਤ ਸਾਰੇ ਮਿੱਤਰ ਬਣਾ ਰਿਹਾ ਹੈ ਨਾ, ਤਾਂ ਇਸ ਜਨਮ ਦੇ ਅੰਦਰ ਇਹਨਾਂ ਮਿੱਤਰਾਂ ਦੇ ਨਾਲ ਸੁਖ ਪੈਦਾ ਨਹੀਂ ਹੋਏਗਾ। ਇੱਕ ਨੂੰ ਵਿਸਾਰ ਕੇ ਜੋ ਤੂੰ ਬਹੁਤ ਸਾਰੇ ਮਿੱਤਰ ਬਣਾ ਲਏ ਨੇ, ਇਹਨਾਂ ਮਿੱਤਰਾਂ ਦੇ ਨਾਲ ਸੁਖ ਨਹੀਂ ਪੈਦਾ ਹੋਣਾ। ਹੁਣ ਇੱਥੇ ਮਿੱਤਰ ਦਾ ਮਤਲਬ ਸਾਡੇ ਆ ਯਾਰ ਦੋਸਤ ਜਾਂ ਰਿਸ਼ਤੇਦਾਰ ਨਹੀਂ ਹਨ। ਅਸੀਂ ਕਿਹੜੇ ਮਿੱਤਰ ਬਣਾਏ ਹੋਏ ਨੇ? ਦੇਖੋ, ਕਿਤੇ ਤੇ ਬੰਦੇ ਨੇ ਤੀਰਥਾਂ ਨੂੰ ਮਿੱਤਰ ਬਣਾ ਲਿਆ ਵੀ ਤੀਰਥਾਂ ਤੇ ਨਹਾਉਣ ਦੇ ਨਾਲ ਮੇਰੇ ਪਾਪ ਲੈ ਜਾਣਗੇ, ਰੱਬ ਨੂੰ ਵਿਸਾਰ ਦਿੱਤਾ। ਕਿਸੇ ਨੇ ਮਿੱਤਰ ਬਣਾ ਲਿਆ ਕਿ ਮੈਂ ਸਮਾਧੀ ਲਾਣੀ ਹੈ ਘੰਟਾ ਸਵੇਰੇ ਇੱਕ, ਤੇ ਮੈਂ ਧਿਆਨ ਲਾਣਾ ਹੈ ਤੇ ਮੇਰੇ ਪਾਪ ਕਰਮ ਕੱਟੇ ਜਾਣਗੇ। ਕੋਈ ਜਪ ਤਪ ਨੂੰ ਮਿੱਤਰ ਬਣਾਈ ਬੈਠਾ ਹੈ, ਕੋਈ ਵਰਤਨ ਰਾਤੇ ਸ਼ਰਾਧਾਂ ਨੂੰ ਬਣਾਈ ਬੈਠਾ ਹੈ, ਕੋਈ ਤੀਰਥਾਂ ਨੂੰ ਬਣਾਈ ਬੈਠਾ ਹੈ, ਕੋਈ ਤਿਆਗ ਨੂੰ ਮਿੱਤਰ ਬਣਾਈ ਬੈਠਾ ਹੈ ਕਿ ਮੈਂ ਘਰ ਗ੍ਰਸਤੀ ਤਿਆਗ ਦੇਣੀ ਹੈ, ਪਤੀ ਪਤਨੀ ਨੂੰ ਤਿਆਗ ਦੇਣਾ ਹੈ, ਬੱਚਿਆਂ ਨੂੰ ਤਿਆਗ ਦੇਣਾ ਹੈ। ਕੋਈ ਤਿਆਗ ਨੂੰ ਮਿੱਤਰ ਬਣਾਈ ਬੈਠਾ ਹੈ, ਕੋਈ ਜਪ ਨੂੰ, ਕੋਈ ਤਪ ਨੂੰ, ਕੋਈ ਸਮਾਧੀਆਂ ਨੂੰ, ਕੋਈ ਵਰਤਾਂ ਨੂੰ, ਕੋਈ ਨਰਾਤਿਆਂ ਨੂੰ, ਕੋਈ ਸ਼ਰਾਧਾਂ ਨੂੰ, ਕੋਈ ਦੇਵੀਆਂ ਨੂੰ, ਦੇਵਤਿਆਂ ਨੂੰ, ਪੀਰਾਂ ਨੂੰ, ਮੜੀਆਂ ਨੂੰ, ਕਬਰਾਂ ਨੂੰ, ਜੰਤਰਾਂ ਮੰਤਰਾਂ ਨੂੰ, ਜੋਤਸ਼ੀਆਂ ਨੂੰ, ਬਾਬਿਆਂ ਨੂੰ। ਕਿੰਨੇ ਸਾਰੇ ਮਿੱਤਰ ਬਣਾਏ ਹੋਏ ਨੇ। ਸਿਰ ਪੀੜ ਦਾ ਫਾਂਡਾ ਕਰਾਉਣ ਵਾਸਤੇ ਅਸੀਂ ਕਿਸੇ ਬਾਬੇ ਕੋਲ ਜਾਂਦੇ ਆ, ਤੇ ਢਿੱਡ ਪੀੜ ਹੋ ਜਾਵੇ ਤੇ ਫਿਰ ਉਹਦਾ ਜਲ ਲੈਣ ਵਾਸਤੇ ਕਿਸੇ ਦੂਜੇ ਬਾਬੇ ਕੋਲ ਜਾਣਾ ਹੈ। ਜੇ ਅਸੀਂ ਵਿਦਿਆ ਵਿੱਚ ਪਾਸ ਹੋਣਾ ਹੈ ਤੇ ਸਰਸਵਤੀ ਦੀ ਪੂਜਾ ਕਰਨੀ ਹੈ, ਤੇ ਜੇ ਅਮੀਰ ਹੋਣਾ ਹੈ ਤੇ ਅਸੀਂ ਲక్ష్ਮੀ ਦੀ ਪੂਜਾ ਕਰਨੀ। ਕਿੰਨੇ ਸਾਰੇ ਮਿੱਤਰ ਬਣਾਏ ਨੇ ਨਾ ਬੰਦੇ। ਕਿੰਨੇ ਸਾਰੇ ਵਿਕਾਰਾਂ ਨੂੰ ਮਿੱਤਰ ਬਣਾਈ ਬੈਠਦਾ, ਕਾਮ, ਕ੍ਰੋਧ, ਲੋਭ, ਮੋਹ, ਇਹ ਸਾਰੇ ਮਿੱਤਰ ਹੀ ਬਣਾਏ ਨੇ। ਤੇ ਇਹਨਾਂ ਕੰਮਾਂ ਦੇ ਨਾਲ ਜ਼ਿੰਦਗੀ ਦੇ ਅੰਦਰ ਕਦੇ ਸੁੱਖ ਨਹੀਂ ਮਿਲਦਾ। ਹੁਣ ਤੁਸੀਂ ਇਸ ਚੀਜ਼ ਨੂੰ ਲੈ ਕੇ ਚੌਗਿਰਦੇ ਵੱਲ ਇੱਕ ਝਾਤ ਮਾਰ ਕੇ ਵੇਖੋ, ਚਫੇਰੇ ਵੇਖੋ ਕਿ ਕਿੰਨੇ ਲੋਕ ਇਹ ਕਰਮ ਕਰ ਰਹੇ ਨੇ। ਕੀ ਇਹ ਕਰਮ ਕਰਨ ਦੇ ਨਾਲ ਕਿਸੇ ਨੂੰ ਸੁੱਖ ਮਿਲਿਆ? ਕਿਸੇ ਇੱਕ ਨੂੰ ਨਹੀਂ। ਆਪਣਾ ਜਾਤੀ ਤਜਰਬਾ ਵੇਖ ਲਓ ਕਿ ਕਿੰਨੇ ਸਾਰੇ ਕਰਮ ਅਸੀਂ ਖੁਦ ਵੀ ਐਸੇ ਕਰਦੇ ਹਾਂ, ਤਾਂ ਕਿ ਇਹ ਕਰਮ ਕਰਨ ਦੇ ਨਾਲ ਜ਼ਿੰਦਗੀ ਦੇ ਅੰਦਰ ਸੁੱਖ ਪੈਦਾ ਹੋਇਆ। ਕਿੰਨੇ ਕਰੋੜਾਂ ਲੋਕ ਐਸੇ ਕਰਮ ਕਰ ਰਹੇ ਨੇ
ਕਿ ਐਸੇ ਕਰਮ ਕਰਨ ਦੇ ਨਾਲ ਸਮਾਜ ਦੇ ਅੰਦਰ ਸ਼ਾਂਤੀ ਆਈ ਹੈ? ਕਿ ਚੋਰੀਆਂ, ਬੇਈਮਾਨੀਆਂ, ਠੱਗੀਆਂ, ਅਪਰਾਧ ਮਿਟ ਗਏ ਨੇ? ਕਿ ਜ਼ਬਰ ਜਨਾਹ ਦੇ ਕੇਸ ਮਿਟ ਗਏ ਨੇ? ਜਾਂ ਲੋਭ ਲਾਲਚ ਮਿਟ ਗਿਆ ਹੈ? ਬਿਲਕੁਲ ਵੀ ਨਹੀਂ, ਸਵਾਲ ਹੀ ਨਹੀਂ ਪੈਦਾ ਹੁੰਦਾ। ਤਾਂ ਇਸ ਐਸੀ ਮਿੱਤਰਤਾ ਤੋਂ ਕਦੇ ਵੀ ਜ਼ਿੰਦਗੀ ਦੇ ਅੰਦਰ ਸੁੱਖ ਪੈਦਾ ਨਹੀਂ ਹੋ ਸਕਦਾ। ਕਬੀਰ ਸੂਖ ਨਾ ਇਹ ਜੋਗ ਦਾ ਮਤਲਬ ਇਸ ਜੀਵਨ ਵਿੱਚ, ਮਨੁੱਖਾ ਜੀਵਨ ਵਿੱਚ, ਜਿਹੜਾ ਜੀਵਨ ਅਸੀਂ ਬਿਤਾ ਰਹੇ ਹਾਂ, ਕਰੇ ਜੋ ਬਹੁਤੇ ਮੀਤ, ਜੇ ਤੂੰ ਬਹੁਤੇ ਮਿੱਤਰ ਬਣਾਏਗਾ ਇੱਕ ਨੂੰ ਛੱਡ ਕੇ ਤਾਂ ਸੁੱਖ ਨਹੀਂ ਹੈ। ਜੋ ਚਿਤ ਰਾਖੇ ਏਕ ਸਿਉ ਤੇ ਸੁਖ ਪਾਵਹਿ ਨੀਤ। ਸਿਰਫ ਉਹ ਮਨੁੱਖ ਸੁਖ ਮਾਣਦੇ ਨੇ ਜੋ ਦੁਨੀਆ ਦੇ ਵਿੱਚ ਵਰਤਦੇ ਹੋਏ ਇੱਕ ਰੱਬ ਦੇ ਨਾਲ ਆਪਣਾ ਚਿੱਤ ਜੋੜ ਕੇ ਰੱਖਦੇ ਨੇ, ਜਿਨ੍ਹਾਂ ਨੇ ਇੱਕ ਨੂੰ ਮਿੱਤਰ ਬਣਾ ਲਿਆ ਹੈ। ਜੋ ਇੱਕ ਦੇ ਨਾਲ ਜੁੜ ਗਏ ਨੇ ਉਹ ਹਮੇਸ਼ਾ ਸੁਖ ਪਾਉਂਦੇ ਨੇ। ਹੁਣ ਇਹ ਚੀਜ਼ਾਂ ਥੋੜੀਆਂ ਜਿਹੀਆਂ ਸਮਝਣ ਵਾਲੀਆਂ ਨੇ। ਜਿਹੜਾ ਇੱਕ ਦੇ ਨਾਲ ਜੁੜੇਗਾ, ਸਭ ਤੋਂ ਪਹਿਲਾਂ ਤੇ ਉਹ ਆਪਣੇ ਆਪ ਦੇ ਨਾਲ ਇੱਕ ਹੋਏਗਾ, ਅੰਦਰੋਂ ਬਾਹਰੋਂ। ਉਹ ਕਥਨੀ ਔਰ ਕਰਨੀ ਦਾ ਪੂਰਾ ਹੋਏਗਾ। ਜੋ ਕੁਝ ਉਹ ਕਹਿ ਰਿਹਾ ਹੈ, ਜੋ ਕੁਝ ਬੋਲ ਰਿਹਾ ਹੈ, ਜੈਸਾ ਉਹ ਦਿਸ ਰਿਹਾ ਹੈ, ਉਹ ਅੰਦਰੋਂ ਵੀ ਵੈਸਾ ਹੀ ਹੋਏਗਾ, ਉਹਦਾ ਵਿਹਾਰ ਵੀ ਵੈਸਾ ਹੀ ਹੋਏਗਾ। ਯਾਨੀ ਮਨ, ਬਚਨ, ਕਰਮ ਕਰਕੇ ਉਹ ਸੱਚਾ ਹੋਏਗਾ ਜੋ ਇੱਕ ਦੇ ਨਾਲ ਜੁੜਿਆ ਹੋਏਗਾ। ਦੂਜੀ ਗੱਲ, ਉਹਦਾ ਨਜ਼ਰੀਆ ਇੱਕ ਹੋਏਗਾ। ਜੋ ਇੱਕ ਦੇ ਨਾਲ ਜੁੜਿਆ ਹੈ, ਹਰ ਧੀ ਭੈਣ ਨੂੰ ਆਪਣੀ ਧੀ ਭੈਣ ਕਰਕੇ ਜਾਣੇਗਾ, ਹਰ ਇਨਸਾਨ ਨੂੰ ਇੱਕ ਨਜ਼ਰੀਏ ਦੇ ਨਾਲ ਵੇਖੇਗਾ। ਉਹਦਾ ਵਿਹਾਰ ਸਾਰਿਆਂ ਦੇ ਨਾਲ ਇੱਕੋ ਜੈਸਾ ਪਿਆਰਾ ਔਰ ਸੱਚਾ ਹੋਏਗਾ। ਜੈਸਾ ਵਿਹਾਰ ਉਹ ਆਪਣੇ ਵਾਸਤੇ ਚਾਹੁੰਦਾ ਹੈ, ਵੈਸਾ ਹੀ ਵਿਹਾਰ ਉਹ ਦੂਜਿਆਂ ਦੇ ਨਾਲ ਕਰੇਗਾ। ਤੇ ਜਿਹੜਾ ਐਸਾ ਬੰਦਾ ਹੈ, ਐਸੀ ਸੋਚ ਵਾਲਾ, ਸੁੱਖ ਉਹਦੀ ਜ਼ਿੰਦਗੀ ਵਿੱਚ ਪੈਦਾ ਹੋ ਸਕਦਾ ਹੈ, ਵੈਸੇ ਨਹੀਂ। ਵਰਤਨ ਰਾਤਿਆਂ ਨਾਲ ਨਹੀਂ, ਕਾਮ, ਕ੍ਰੋਧ, ਲੋਭ, ਮੋਹ ਨੂੰ ਤੁਸੀਂ ਆਪਣੇ ਸਾਥੀ ਬਣਾ ਲਓ ਤਾਂ ਇਹਨਾਂ ਦੇ ਨਾਲ ਸੁੱਖ ਨਹੀਂ ਹੋਣਾ। ਇੱਕ ਦੇ ਨਾਲ ਜਿਹੜਾ ਚਿੱਤ ਲਾ ਲੈਂਦਾ ਹੈ, ਉਹ ਨਿੱਤ ਹੀ ਸੁੱਖ ਪਾਉਂਦਾ ਹੈ। ਯਾਨੀ ਇੱਕ ਹੀ ਰੱਬ ਫੈਲਿਆ ਹੋਇਆ ਹੈ। ਆ ਸਾਰਾ ਸੰਸਾਰ ਇੱਕ ਹੈ, ਸਾਰਿਆਂ ਦੇ ਨਾਲ ਇੱਕ ਜੈਸਾ ਵਿਹਾਰ ਕਰਨਾ ਹੈ, ਹਰ ਇਨਸਾਨ ਦੀ ਚੰਗੀ ਭਾਵਨਾ ਦੀ ਕਦਰ ਕਰਨੀ ਹੈ, ਹਰ ਇੱਕ ਦੇ ਨਾਲ ਪ੍ਰੀਤ ਔਰ ਪਿਆਰ ਦੇ ਨਾਲ ਰਹਿਣਾ ਹੈ, ਇੱਕ ਦੂਜੇ ਦਾ ਸਹਿਯੋਗ ਕਰਨਾ ਹੈ, ਔਰ ਹਰ ਇੱਕ ਦੇ ਨਾਲ ਰੱਬ ਵਰਗਾ ਪਿਆਰ ਔਰ ਸਤਿਕਾਰ ਹਰ ਬੰਦੇ ਨੇ ਕਰਨਾ ਹੈ। ਜੇ ਐਸੀ ਜ਼ਿੰਦਗੀ ਬਣਾ ਲਈ ਜਾਏ ਤਾਂ ਫਿਰ ਜੀਵਨ ਦੇ ਅੰਦਰ ਸੁੱਖ ਆ ਸਕਦਾ ਹੈ। ਪਰਿਵਾਰਾਂ ਵਿੱਚ ਵੇਖ ਲਓ, ਜੇ ਅਸੀਂ ਇੱਕ ਦੂਜੇ ਨਾਲ ਸਮਰਪਿਤ ਹੋਈਏ, ਪਿਆਰ ਮੁਹੱਬਤ ਨਾਲ ਰਹੀਏ, ਵਿਸ਼ਵਾਸ ਇੱਕ ਦੂਜੇ ਦਾ ਨਾ ਤੋੜੀਏ ਤਾਂ ਪਰਿਵਾਰ ਸਵਰਗ ਹੋ ਜਾਏਗਾ। ਤੇ ਜੇ ਨਹੀਂ ਤਾਂ ਫਿਰ ਉਹ ਚਾਹੇ ਮੇਰਾ ਪਰਿਵਾਰ ਹੈ, ਚਾਹੇ ਤੁਹਾਡਾ ਹੈ, ਜਾਂ ਹੋਰ ਕਿਸੇ ਦਾ ਹੈ, ਉੱਥੇ ਤਾਂ ਦੁੱਖ ਵਾਪਰਨਗੇ ਹੀ ਵਾਪਰਨਗੇ। ਅਗਲਾ ਬਚਨ ਕਰਦੇ ਨੇ ਕਬੀਰ, ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਜਿਸ ਮਰਨੇ ਤੇ ਜਗ ਡਰੈ, ਡਰੇ ਨਹੀਂ ਪੜਨਾ, ਡਰੈ। ਮੇਰੇ, ਮੇਰੇ ਨਹੀਂ, ਮੇਰੇ। ਮਰਨੇ ਦਾ ਮਤਲਬ ਮਰਨ ਤੋਂ, ਯਾਨੀ ਜਿਵੇਂ ਇਸਤਰੀ ਹੈ, ਪੁੱਤਰ ਹੈ, ਧੀਆਂ ਨੇ, ਧਨ ਮਿਲਕ ਹੈ, ਇਹਦੇ ਨਾਲੋਂ ਮੋਹ ਤੋੜਨਾ ਕਿੰਨਾ ਔਖਾ ਹੈ ਨਾ। ਵਿਕਾਰਾਂ ਨੂੰ ਛੱਡਣਾ, ਸ਼ੁਭ ਗੁਣਾਂ ਦੇ ਧਾਰਨੀ ਹੋਣਾ, ਆਪਣੀ ਈਗੋ, ਹੰਕਾਰ ਨੂੰ ਖਤਮ ਕਰਨਾ। ਲੋਕ ਇਹਨਾਂ ਚੀਜ਼ਾਂ ਤੋਂ ਡਰਦੇ ਨੇ ਕਿ ਮੈਂ ਇਸ ਜੀਵਨ ਨੂੰ ਤਿਆਗਾਂਗਾ ਤੇ ਪਤਾ ਨਹੀਂ ਕੀ ਹੋ ਜਾਏਗਾ। ਹੁਣ ਮੋਹ ਦਾ ਕਿੰਨਾ ਡਰ ਹੈ ਨਾ। ਮੋਹ ਦੇ ਵਿੱਚ ਬੰਦਾ ਫੜਿਆ ਹੈ, ਤੇ ਜਿਹੜਾ ਮੋਹ ਦੀ ਜਕੜਨ ਦੇ ਅੰਦਰ ਹੈ, ਸਵਾਰਥ ਦੀ ਜਕੜਨ ਦੇ ਅੰਦਰ, ਉਹ ਕਦੇ ਪਰ ਉਪਕਾਰ ਨਹੀਂ ਕਰੇਗਾ। ਮੋਹ ਦੇ ਅੰਦਰ ਜਿਹੜਾ ਸਵਾਰਥੀ ਬੰਦਾ ਹੈ, ਉਹ ਦੂਜਿਆਂ ਦਾ ਹਮੇਸ਼ਾ ਨੁਕਸਾਨ ਕਰੇਗਾ। ਇਹਨਾਂ ਚੀਜ਼ਾਂ ਨੂੰ ਬੰਦਾ ਤਿਆਗਣਾ ਨਹੀਂ ਚਾਹੁੰਦਾ, ਵਿਕਾਰਾਂ ਦਾ ਤਿਆਗ ਕਰਨਾ ਨਹੀਂ ਚਾਹੁੰਦਾ, ਆਪਣੀ ਈਗੋ ਨੂੰ ਖਤਮ ਕਰਨਾ ਨਹੀਂ ਚਾਹੁੰਦਾ, ਆਪਣੀ ਹੋਂਦ ਬਣਾ ਕੇ ਰੱਖਣਾ ਚਾਹੁੰਦਾ ਹੈ। ਡਰਦਾ ਹੈ ਇਸ ਮੌਤ ਤੋਂ, ਮੋਹ ਦੇ ਤਿਆਗ ਤੋਂ ਡਰਦਾ ਹੈ। ਦੁਨੀਆ ਦੀ ਖਾਤਰ ਦੀਨ ਨੂੰ ਵਿਸਾਰ ਕੇ ਬਹੁਤ ਸਾਰੇ ਮਿੱਤਰ ਬਣਾਉਂਦਾ ਹੈ। ਧੀਆਂ, ਪੁੱਤਰ, ਭੈਣ, ਭਰਾ ਜਾਂ ਹੋਰ ਆ ਵਿਕਾਰ ਨੇ, ਸੁੱਖਾਂ ਦੇ ਸਾਧਨ ਨੇ, ਇਹਨਾਂ ਨੂੰ ਮਿੱਤਰ ਬਣਾਉਂਦਾ ਹੈ, ਪਰ ਸੱਚ ਨੂੰ ਮਿੱਤਰ ਨਹੀਂ ਬਣਾਉਂਦਾ। ਤੇ ਇਸ ਮੋਹ ਦੇ ਮਰਨ ਤੋਂ ਡਰਦਾ ਹੈ। ਪਰ ਕਬੀਰ ਜੀ ਕਹਿੰਦੇ ਨੇ, ਮੇਰੇ ਮਨ ਆਨੰਦ,
ਜਿਸ ਮੋਹ ਦੇ ਤਿਆਗਣ ਤੋਂ ਲੋਕ ਡਰਦੇ ਨੇ, ਲੋਕ ਝੱਕਦੇ ਨੇ, ਕਬੀਰ ਜੀ ਕਹਿੰਦੇ ਨੇ ਉਸ ਨਾਲ ਮੇਰੇ ਮਨ ਦੇ ਅੰਦਰ ਤਾਂ ਖੁਸ਼ੀ ਪੈਦਾ ਹੋਈ ਹੈ, ਮੇਰੇ ਮਨ ਦੇ ਅੰਦਰ ਤਾਂ ਆਨੰਦ ਪੈਦਾ ਹੋਇਆ ਹੈ, ਜਦੋਂ ਦਾ ਮੈਂ ਮੋਹ ਨੂੰ ਤਿਆਗਿਆ ਹੈ, ਸੈਲਫਿਸ਼ਨੈਸ ਨੂੰ ਤਿਆਗਿਆ ਹੈ, ਵਿਕਾਰਾਂ ਨੂੰ ਤਿਆਗਿਆ ਹੈ, ਮੇਰ ਤੇਰ ਦੇ ਵਿਤਕਰੇ ਛੱਡੇ ਨੇ, ਮੇਰੀ ਜ਼ਿੰਦਗੀ ਵਿੱਚ ਤਾਂ ਆਨੰਦ ਪੈਦਾ ਹੋ ਗਿਆ, ਮੇਰੇ ਜੀਵਨ ਵਿੱਚ ਤਾਂ ਖੁਸ਼ੀ ਪੈਦਾ ਹੋ ਗਈ ਹੈ, ਮੈਂ ਤਾਂ ਸੁਖੀ ਔਰ ਸ਼ਾਂਤ ਹਾਂ, ਆਨੰਦ ਬਣਿਆ ਹੋਇਆ ਹੈ। ਕਬੀਰ ਜੀ ਕਹਿੰਦੇ ਨੇ ਮਰਨੇ ਹੀ ਤੇ ਪਾਈ ਹੈ, ਇਹਨੂੰ ਪਾਈ ਇਹ ਨਹੀਂ ਪੜਨਾ, ਪਾਈ ਹੈ ਦੁਲਾਵਾ, ਮਰਨੇ ਹੀ ਤੇ ਪਾਈ ਹੈ ਪੂਰਨ ਪਰਮਾਨੰਦ। ਮਰਨੇ ਹੀ ਤਾਂ ਮਤਲਬ ਜਿੰਨੇ ਵੀ ਆ ਬਹੁਤੇ ਮਿੱਤਰ ਨੇ ਇਹਨਾਂ ਦਾ ਤਿਆਗ ਕੀਤਿਆਂ, ਕਾਮ ਕ੍ਰੋਧ ਦਾ ਤਿਆਗ ਕਰਨਾ, ਵਰਤਨ ਰਾਤੇ ਸਰਾਧ ਨੇ, ਜਪ ਤਪ ਸੰਜਮ ਨੇ, ਆ ਜਿੰਨੇ ਵੀ ਗਲ ਅਸਾਂ ਪਾਏ ਹੋਏ ਨੇ ਵਾਧੂ ਦੇ ਕੰਮ, ਇਹਨਾਂ ਦਾ ਤਿਆਗ, ਔਰ ਸਤ ਸੰਤੋਖ ਦਇਆ ਧਰਮ ਧੀਰਜ ਇਹਨਾਂ ਦਾ ਗ੍ਰਹਿਣ ਕਰਨਾ, ਇਹਨਾਂ ਨੂੰ ਅਪਣਾ ਲੈਣਾ, ਆਪਣੀ ਹੋਂ ਵੱਲੋਂ ਮਰਨਾ, ਵਿਕਾਰਾਂ ਦਾ ਤਿਆਗ ਕਰਨਾ। ਕਬੀਰ ਜੀ ਕਹਿੰਦੇ ਨੇ ਇਸ ਦੁਨੀਆ ਦੇ ਮੋਹ ਵੱਲੋਂ ਮਰਿਆ ਹੀ ਰੱਬ ਮਿਲਦਾ ਹੈ। ਪੂਰਨ ਦਾ ਮਤਲਬ ਜੋ ਪਰਿਪੂਰਨ ਹੈ, ਪਰਮਾਨੰਦ ਦਾ ਮਤਲਬ ਜੋ ਪਰਮ ਆਨੰਦ ਦੇਣ ਵਾਲਾ ਹੈ, ਜੋ ਮਹਾਨ ਆਨੰਦ ਸਰੂਪ ਹੈ, ਉਹ ਸਾਨੂੰ ਮਰਿਆ ਹੀ ਮਿਲਦਾ ਹੈ। ਮਰਿਆ ਦਾ ਮਤਲਬ ਇਹ ਨਹੀਂ ਸਰੀਰ ਕਰਕੇ ਮਰਿਆ, ਈਗੋ ਨੂੰ ਮਾਰਿਆ, ਆਪਣੇ ਆਪ ਨੂੰ ਵਿਕਾਰਾਂ ਵੱਲੋਂ ਖਤਮ ਕਰਨ ਦੇ ਨਾਲ, ਵਿਕਾਰਾਂ ਨੂੰ ਆਪਣੀ ਜ਼ਿੰਦਗੀ ਚੋਂ ਖਤਮ ਕਰਨ ਨਾਲ, ਈਗੋ ਨੂੰ ਖਤਮ ਕਰਨ ਨਾਲ, ਆਪ ਖੁਦਰੇਪਨ ਨੂੰ ਛੱਡਿਆ, ਸੱਚ ਨੂੰ ਅਪਣਾਇਆ ਹੀ ਜਿਹੜੀ ਸदैवी ਖੁਸ਼ੀ ਹੈ ਉਹ ਸਾਨੂੰ ਪ੍ਰਾਪਤ ਹੁੰਦੀ ਹੈ, ਐਵੇਂ ਨਹੀਂ। ਇਸ ਲਈ ਆਪਣੇ ਆਪ ਨੂੰ ਵਿਕਾਰਾਂ ਵੱਲੋਂ ਜਿਹੜਾ ਬੰਦਾ ਖਤਮ ਕਰੇਗਾ, ਆਪਣੀ ਈਗੋ ਹਉਮੈ ਨੂੰ ਛੱਡੇਗਾ, ਆਪਣੇ ਮਨ ਦੀ ਮੱਤ ਦਾ ਤਿਆਗ ਕਰੇਗਾ, ਗੁਰੂ ਦੀ ਮੱਤ ਦਾ ਧਾਰਨੀ ਹੋਵੇਗਾ, ਉਹ ਇਨਸਾਨ ਪੂਰਨ ਪਰਮਾਨੰਦ ਪ੍ਰਭੂ ਨੂੰ ਪਾ ਲਵੇਗਾ, ਉਹਦੀ ਜ਼ਿੰਦਗੀ ਦੇ ਅੰਦਰ ਹੀ ਪਰਮ ਆਨੰਦ ਬਣੇਗਾ। ਰਾਮ ਪਦਾਰਥ ਪਾਏ ਕੈ ਕਬੀਰਾ ਗਾਂਠ ਨਾ ਖੋਲ, ਨਹੀਂ ਪਟਣ ਨਹੀਂ ਪਾਰਖੂ, ਨਹੀਂ ਗਾਹਕ ਨਹੀਂ ਮੋਲ। ਰਾਮ ਪਦਾਰਥ ਪਾਏ ਕੈ, ਕੇ ਨਹੀਂ ਪੜਨਾ, ਇਸ ਨੂੰ ਕੈ ਪੜਨਾ ਹੈ। ਰਾਮ ਪਦਾਰਥ ਪਾਏ ਕੈ, ਪਦਾਰਥ ਦਾ ਮਤਲਬ ਹੈ ਸੋਹਣੀ ਵਸਤੂ, ਪਾਏ ਕੈ ਦਾ ਮਤਲਬ ਹਾਸਲ ਕਰਕੇ, ਜੋ ਤੈਨੂੰ ਮਿਲ ਗਿਆ ਹੈ। ਗਾਂਠ ਦਾ ਮਤਲਬ ਹੈ ਗੰਢੜੀ, ਗੰਢ, ਨਾ ਖੋਲ ਦਾ ਮਤਲਬ ਇਹਨੂੰ ਖੋਲਣਾ। ਤਾਂ ਕਬੀਰ ਜੀ ਕਹਿੰਦੇ ਨੇ ਵੀ ਜਿੱਧਰ ਵੇਖੋ ਦੁਨੀਆ ਦੀ ਖਾਤਰ ਭੱਜ ਦੌੜ ਹੈ, ਦੀਨ ਨੂੰ ਛੱਡ ਕੇ ਬੰਦਾ ਦੁਨੀ ਵਾਸਤੇ ਭੱਜ ਰਿਹਾ ਹੈ, ਵਿਕਾਰਾਂ ਵੱਲ ਭੱਜ ਰਿਹਾ ਹੈ। ਹਰ ਬੰਦਾ ਸੱਚ ਨੂੰ ਤਿਆਗ ਕੇ ਔਰ ਸੱਚ ਦਾ ਤਿਆਗ ਕਰਕੇ ਇਸ ਸੰਸਾਰ ਦੇ ਅੰਦਰ ਉਹ ਵਿਚਰਨ ਦਾ ਯਤਨ ਕਰ ਰਿਹਾ ਹੈ। ਸੱਚ ਨੂੰ ਬੰਦਾ ਤਿਆਗੀ ਫਿਰਦਾ ਹੈ ਔਰ ਹਰ ਇਨਸਾਨ ਹੀ ਇਸ ਭੱਜ ਦੌੜ ਦੇ ਅੰਦਰ ਸ਼ਾਮਲ ਹੋਇਆ ਪਿਆ ਹੈ। ਤਾਂ ਕਬੀਰ ਜੀ ਸਾਨੂੰ ਇੱਥੇ ਸਮਝਾ ਰਹੇ ਨੇ ਕਿ ਕਿਵੇਂ ਬੰਦਾ ਸੱਚ ਨੂੰ ਛੱਡ ਕੇ ਇਸ ਦੁਨੀਆ ਦੀ ਭੱਜ ਦੌੜ ਦੇ ਅੰਦਰ ਪਿਆ ਹੋਇਆ ਹੈ। ਲੇਕਿਨ ਹੇ ਕਬੀਰ, ਚੰਗੇ ਭਾਗਾਂ ਨਾਲ ਜੇ ਤੈਨੂੰ ਪ੍ਰਭੂ ਦੇ ਨਾਮ ਦੀ, ਰੱਬ ਦੇ ਗੁਣਾਂ ਦੀ ਵਸਤੂ ਮਿਲ ਗਈ ਹੈ ਤਾਂ ਇਸ ਗੰਢ ਨੂੰ ਖੋਲਣਾ। ਗੰਢ ਖੋਲਣ ਦਾ ਮਤਲਬ ਹੈ ਕਿ ਇਹਨਾਂ ਗੰਢਾਂ ਨੂੰ ਖੋਲ ਕੇ ਐਵੇਂ ਖਿਲਾਰ ਨਾ ਦੇ, ਗਵਾ ਨਾ ਦੇ। ਦੁਨੀਆ ਦੇ ਅੰਦਰ ਦੀਨ ਨੂੰ ਛੱਡ ਕੇ ਦੁਨੀ ਦੀ ਭੱਜ ਦੌੜ ਹੈ। ਪਰ ਕਬੀਰ ਜੀ ਕਹਿੰਦੇ ਨੇ ਜੇ ਵੱਡੇ ਭਾਗਾਂ ਨਾਲ ਤੈਨੂੰ ਰੱਬੀ ਗੁਣਾਂ ਦੀ ਦਾਤ ਮਿਲ ਗਈ ਹੈ, ਤੂੰ ਦੀਨ ਦੇ ਰਾਹ ਤੇ ਚੱਲ ਰਿਹਾ ਹੈ, ਤੇਰੇ ਕੋਲ ਸ਼ੁਭ ਗੁਣ ਨੇ, ਤਾਂ ਇਹ ਸ਼ੁਭ ਗੁਣਾਂ ਦੀ ਗੰਢ ਨੂੰ ਐਵੇਂ ਖੋਲ ਨਾ, ਐਵੇਂ ਬਰਬਾਦ ਨਾ ਕਰ, ਇਹਨਾਂ ਨੂੰ ਸੰਭਾਲ ਕੇ ਰੱਖ। ਕਾਰਨ ਕੀ ਹੈ? ਨਹੀਂ ਪੱਟਣ ਨਹੀਂ ਪਾਰਖੂ, ਨਹੀਂ ਗਾਹਕ ਨਹੀਂ ਮੋਲ। ਪੱਟਣ ਦਾ ਮਤਲਬ ਸ਼ਹਿਰ, ਪਾਰਖੂ ਦਾ ਮਤਲਬ ਪਰਖ ਕਰਨ ਵਾਲਾ, ਗਾਹਕ ਦਾ ਮਤਲਬ ਖਰੀਦਣ ਵਾਲਾ, ਤੇ ਮੋਲ ਦਾ ਮਤਲਬ ਮੁੱਲ, ਕੀਮਤ। ਕਬੀਰ ਜੀ ਕਹਿੰਦੇ ਨੇ ਜਗਤ ਦੁਨੀਆ ਵਿੱਚ ਇੰਨਾ ਮਸਤ ਹੈ ਕਿ ਸ਼ੁਭ ਗੁਣਾਂ ਦੇ ਖਰੀਦਣ ਲਈ ਨਾ ਤੇ ਕੋਈ ਮੰਡੀ ਹੈ, ਨਾ ਕੋਈ ਸ਼ਹਿਰ ਹੈ। ਕੋਈ ਐਸਾ ਸ਼ਹਿਰ ਹੈ ਜਿੱਥੇ ਸ਼ੁਭ ਗੁਣ ਵਿਕਦੇ ਹੋਣ, ਕੋਈ ਐਸਾ ਸ਼ਹਿਰ ਜਿੱਥੇ ਸ਼ੁਭ ਗੁਣ ਵਿਕਦੇ ਹੋਣ,
ਨਾ ਕੋਈ ਗਾਹਕ ਹੈ, ਨਾ ਕੋਈ ਗ੍ਰਾਹਕ ਹੈ ਕਿ ਜਿਹੜਾ ਖਰੀਦਣਾ ਚਾਹੇ ਸ਼ੁਭ ਗੁਣਾਂ ਨੂੰ, ਕਿਉਂਕਿ ਸ਼ੁਭ ਗੁਣਾਂ ਨੂੰ ਖਰੀਦਣ ਵਾਸਤੇ ਮੁੱਲ ਦੇਣ ਲਈ ਤਿਆਰ ਨਹੀਂ ਨਾ ਹੈ। ਮੁੱਲ ਹੈ ਮਰਨਾ ਪੈਣਾ, ਮਰਨੇ ਹੀ ਤੇ ਪਾਈ ਹੈ, ਤੇ ਆਪਣੀ ਹਉਮੈ ਨੂੰ ਕੋਈ ਛੱਡਣ ਲਈ ਤਿਆਰ ਨਹੀਂ। ਇਹ ਮੁੱਲ ਤਾਰਨਾ ਨਹੀਂ ਚਾਹੁੰਦਾ। ਮੁੱਲ ਤਾਰਨਾ ਪਵੇਗਾ ਨਾ, ਆਪਣੇ ਆਪ ਨੂੰ ਮਾਰਨਾ, ਆਪਣੀ ਸੋਚ ਨੂੰ ਛੱਡਣਾ, ਈਗੋ ਨੂੰ ਛੱਡਣਾ, ਆਪਣੀ ਮੱਤ ਨੂੰ ਛੱਡ ਕੇ ਤਾਂ ਗੁਰੂ ਦੀ ਮੱਤ ਮਿਲੇਗੀ। ਇਹ ਮੁੱਲ ਦੇਣ ਲਈ ਕੋਈ ਤਿਆਰ ਨਹੀਂ ਹੈ, ਨਾ ਕੋਈ ਗਾਹਕ ਹੈ, ਨਾ ਕੋਈ ਇਹਦਾ ਮੁੱਲ ਹੈ। ਯਾਨੀ ਇਹਨਾਂ ਗੁਣਾਂ ਨੂੰ ਲੋਕ ਵਿਹਾਜਣਾ ਹੀ ਨਹੀਂ ਚਾਹੁੰਦੇ, ਸੱਚੀ ਜ਼ਿੰਦਗੀ ਜੀਣਾ ਹੀ ਨਹੀਂ ਚਾਹੁੰਦੇ। ਅਸਲੀ ਗੱਲ ਕਬੀਰ ਜੀ ਇਹ ਕਹਿ ਰਹੇ ਨੇ ਕਿ ਨਾ ਤੇ ਇਹ ਗੁਣ ਭਾਈ ਕਿਤੇ ਸ਼ਹਿਰ ਵਿੱਚ ਵਿਕਦੇ ਨੇ, ਨਾ ਇਹਨਾਂ ਗੁਣਾਂ ਨੂੰ ਖਰੀਦਿਆ ਜਾ ਸਕਦਾ ਹੈ, ਔਰ ਨਾ ਹੀ ਕਿਸੇ ਮੁੱਲ ਦੇ ਨਾਲ ਇਹ ਮਿਲਦੇ ਨੇ। ਪੈਸੇ ਨਾਲ ਨਹੀਂ ਖਰੀਦੇ ਜਾਂਦੇ। ਇਹਨਾਂ ਦੇ ਵੱਟੇ ਤੇ ਆਪਣਾ ਆਪਾ ਵੇਚਣਾ ਪਵੇਗਾ। ਕੰਚਨ ਸਿਉ ਪਾਈਏ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਇੱਥੇ ਸੋਨੇ ਦੇ ਵੱਟੇ ਨਹੀਂ ਇਹ ਮਿਲਨੇ, ਇੱਥੇ ਤੇ ਆਪਣਾ ਆਪਾ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈ ਹੈ। ਤਨ ਮਨ ਧਨ ਗੁਰੂ ਦੇ ਹਵਾਲੇ ਕਰਕੇ ਹੁਕਮ ਮੰਨ ਕੇ ਮੰਨਿਆ ਪਾਇਆ ਜਾ ਸਕਦਾ ਹੈ। ਤਾਂ ਹੁਣ ਕਬੀਰ ਜੀ ਸਾਨੂੰ ਸਮਝਾ ਰਹੇ ਨੇ ਕਿ ਜੇ ਰੱਬ ਦੀ ਰਹਿਮਤ ਦੇ ਨਾਲ ਤੁਹਾਨੂੰ ਚੰਗੀ ਜ਼ਿੰਦਗੀ ਮਿਲੀ ਹੈ, ਤੁਹਾਡੇ ਕੋਲ ਚੰਗੀ ਸੋਚ ਹੈ, ਰੱਬੀ ਗੁਣਾਂ ਦੇ ਖਜ਼ਾਨੇ ਤੁਹਾਡੇ ਕੋਲ ਭਰੇ ਨੇ, ਤੁਸੀਂ ਐਸਾ ਜੀਵਨ ਜੀ ਰਹੇ ਹੋ, ਤਾਂ ਇਸ ਗੰਢ ਨੂੰ ਖੋਲੋ ਨਾ, ਇਸ ਗੰਢ ਨੂੰ ਖੋਲੋ ਨਾ, ਇਹਨੂੰ ਬੇਕਾਰ ਨਾ ਗਵਾਓ, ਸਗੋਂ ਇਹਨਾਂ ਨੂੰ ਸਾਂਭ ਕੇ ਰੱਖੋ। ਕਿਉਂਕਿ ਇਸ ਦੁਨੀਆ ਦੇ ਅੰਦਰ ਇਹਨਾਂ ਗੁਣਾਂ ਨੂੰ ਵਿਹਾਜਣ ਵਾਲਾ, ਇਹਨਾਂ ਗੁਣਾਂ ਨੂੰ ਖਰੀਦਣ ਵਾਲਾ ਆਮ ਕੋਈ ਗਾਹਕ ਨਹੀਂ ਮਿਲਦਾ, ਕੋਈ ਮੰਡੀ ਨਹੀਂ ਜਿੱਥੇ ਇਹ ਵਿਕਦੇ ਹੋਣ। ਤੇ ਜੇ ਤੁਹਾਨੂੰ ਮਿਲੇ ਨੇ ਤਾਂ ਇਹਨਾਂ ਦੀ ਸੰਭਾਲ ਕਰੋ, ਚੰਗਾ ਜੀਵਨ ਜੀਵੋ। ਕਬੀਰ ਤਾਸਿਉ ਪ੍ਰੀਤ ਕਰ, ਜਾਕੋ ਠਾਕੁਰ ਰਾਮ, ਪੰਡਿਤ ਰਾਜੇ ਭੂਪਤੀ, ਆਵਹਿ ਕੌਨੇ ਕਾਮ। ਕਬੀਰ ਜੀ ਕਹਿੰਦੇ ਨੇ ਕਿ ਉਸ ਸਤਸੰਗੀ ਦੇ ਨਾਲ ਆਪਣੀ ਸਾਂਝ ਬਣਾ ਜਿਹਦਾ ਆਸਰਾ ਰੱਬ ਹੈ, ਜਿਨੇ ਰੱਬੀ ਗੁਣਾਂ ਨੂੰ ਆਪਣੇ ਜੀਵਨ ਦਾ ਆਸਰਾ ਬਣਾਇਆ ਹੋਇਆ ਹੈ। ਰਾਮ ਪਦਾਰਥ ਦੇ ਵਣਜਾਰਿਆਂ ਦੇ ਨਾਲ ਪ੍ਰੀਤ ਬਣਾ, ਜੋ ਰੱਬੀ ਗੁਣਾਂ ਦੇ ਵਣਜਾਰੇ ਨੇ, ਜਿਨ੍ਹਾਂ ਦੇ ਜੀਵਨ ਵਿੱਚ ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵੈਰਾਗ, ਨਿਮਰਤਾ ਆਦਿਕ ਸ਼ੁਭ ਗੁਣ ਮੌਜੂਦ ਨੇ। ਉਹਨਾਂ ਦੇ ਨਾਲ ਆਪਣੀ ਪ੍ਰੀਤ ਬਣਾ, ਕਿਉਂਕਿ ਜੋ ਚੰਗੇ ਇਨਸਾਨ ਨੇ, ਜਿਨ੍ਹਾਂ ਦੇ ਅੰਦਰ ਇਨਸਾਨੀਅਤ ਹੈ, ਉਹਨਾਂ ਦੇ ਨਾਲ ਤੁਹਾਡੀ ਪ੍ਰੀਤ ਤੋੜ ਤੱਕ ਨਿਭ ਜਾਏਗੀ, ਅਖੀਰ ਤੱਕ ਨਿਭੇਗੀ। ਸੱਚੇ ਇਨਸਾਨ ਦੇ ਦੋਸਤ ਬਹੁਤ ਘੱਟ ਹੁੰਦੇ ਨੇ, ਪਰ ਜਿਹੜੇ ਹੁੰਦੇ ਨੇ ਉਹ ਹੁੰਦੇ ਬੜੇ ਪੱਕੇ ਨੇ, ਉਹਨਾਂ ਦੀ ਦੋਸਤੀ ਕਦੇ ਟੁੱਟਦੀ ਨਹੀਂ। ਪਰ ਜਿਹੜੀ ਮਾਇਆ ਦੀ ਦੋਸਤੀ ਹੈ, ਜਿੱਥੇ ਕੋਈ ਸਵਾਰਥ ਹੈ, ਉਹ ਦੋਸਤੀ ਅੱਜ ਵੀ ਟੁੱਟੀ, ਕੱਲ ਵੀ ਟੁੱਟੀ। ਜਿੱਥੇ ਲੱਭ ਲੋਭ ਹੈ ਦੋਸਤੀ ਦਾ ਮੂਲ, ਉਹ ਦੋਸਤੀ ਅੱਜ ਵੀ ਟੁੱਟੇਗੀ, ਉਹ ਦੋਸਤੀ ਕੱਲ ਵੀ ਟੁੱਟੇਗੀ। ਇਸ ਲਈ ਕਬੀਰ ਜੀ ਕਹਿੰਦੇ ਨੇ ਚੰਗੇ ਇਨਸਾਨਾਂ ਦੇ ਨਾਲ ਪ੍ਰੀਤ ਪਾ। ਕਬੀਰ ਤਾਸਿਉ ਪ੍ਰੀਤ ਕਰ, ਜਾਕੋ ਠਾਕੁਰ ਰਾਮ। ਰਮਿਆ ਹੋਇਆ ਰੱਬ ਜਿਹਦਾ ਮਾਲਕ ਹੈ, ਜੋ ਰੱਬੀ ਗੁਣਾਂ ਨੂੰ ਬੇਸ ਬਣਾ ਕੇ ਜ਼ਿੰਦਗੀ ਜੀ ਰਿਹਾ ਹੈ, ਉਸ ਇਨਸਾਨ ਦੇ ਨਾਲ ਪ੍ਰੀਤ ਪਾ। ਪੰਡਿਤ ਰਾਜੇ ਭੂਪਤੀ, ਆਵੇਂ ਕੌਨੇ ਕਾਮ। ਪੰਡਿਤ ਦਾ ਮਤਲਬ ਵਿਦਵਾਨ, ਭੂਪਤੀ ਦਾ ਮਤਲਬ ਧਰਤੀ ਦੇ ਖਸਮ, ਜ਼ਮੀਨਾਂ ਦੇ ਮਾਲਕ, ਰਾਜੇ ਦਾ ਮਤਲਬ ਬਾਦਸ਼ਾਹ, ਕੌਨੇ ਕਾਮ ਦਾ ਮਤਲਬ ਕਿਸ ਕੰਮ ਆਉਂਦੇ ਨੇ, ਭਾਵ ਕਿਸੇ ਕੰਮ ਨਹੀਂ ਆਉਂਦੇ, ਸਾਥ ਨਹੀਂ ਨਿਭਾਉਂਦੇ। ਹੁਣ ਜਿਨ੍ਹਾਂ ਨੂੰ ਵਿਦਿਆ ਦਾ, ਰਾਜ ਦਾ, ਜ਼ਮੀਨ ਦਾ ਮਾਣ ਹੈ, ਜੋ ਦੁਨੀਆ ਦੇ ਵਪਾਰੀ ਨੇ, ਚਾਹੇ ਉਹ ਪੰਡਿਤ ਵਿਦਵਾਨ ਹੋਣ, ਚਾਹੇ ਉਹ ਰਾਜੇ ਹੋਣ, ਜਾਂ ਵੱਡੀ ਜ਼ਮੀਨ ਦੇ ਮਾਲਕ ਹੋਣ, ਉਹ ਕਿਸੇ ਕੰਮ ਨਹੀਂ ਆਉਂਦੇ। ਕਿਉਂਕਿ ਨਰੂ ਮਰੈ ਨਰ ਕਾਮ ਨਾ ਆਵੇ, ਪਸ਼ੂ ਮਰੈ 10 ਕਾਜ ਸਵਾਰੇ। ਜਦੋਂ ਕਿਸੇ ਬੰਦੇ ਦੇ ਅੰਦਰੋਂ ਇਨਸਾਨੀਅਤ ਮਰ ਜਾਂਦੀ ਹੈ ਨਾ, ਉਦੋਂ ਉਹ ਬੰਦਾ ਕਿਸੇ ਦੇ ਕੰਮ ਨਹੀਂ ਆਉਂਦਾ। ਇਨਸਾਨੀਅਤ ਮਰ ਜਾਏ, ਉਹ ਕਿਸੇ ਦੇ ਕੰਮ ਨਹੀਂ ਆਏਗਾ, ਕਿਸੇ ਦਾ ਸਹਿਯੋਗ ਨਹੀਂ ਕਰੇਗਾ, ਉਹ ਕਿਸੇ ਦੇ ਦਰਦ ਨੂੰ ਨਹੀਂ ਵੰਡਾਏਗਾ, ਕਿਸੇ ਦੇ ਦੁੱਖ ਨੂੰ ਨਹੀਂ ਵੰਡਾਏਗਾ, ਕਿਸੇ ਡਿੱਗੇ ਨੂੰ ਉਠਾਏਗਾ ਨਹੀਂ, ਕਿਸੇ ਰੋਂਦੇ ਨੂੰ ਚੁੱਪ ਨਹੀਂ ਕਰਾਏਗਾ, ਉਹਨੂੰ ਕਿਸੇ ਦੀ ਪਰਵਾਹ ਨਹੀਂ ਹੁੰਦੀ।
ਉਹ ਐਸੀ ਜ਼ਿੰਦਗੀ ਜੀਂਦਾ ਹੈ, ਕਿਸੇ ਦਾ ਉਹ ਦਰਦ ਨੂੰ ਨਹੀਂ ਵੰਡਾਏਗਾ। ਜਦੋਂ ਕਿਸੇ ਦੇ ਅੰਦਰੋਂ ਇਨਸਾਨੀਅਤ ਮਰ ਜਾਏ, ਚਾਹੇ ਉਹ ਰਾਜਾ ਹੋਵੇ, ਅਮੀਰ ਹੋਵੇ, ਕੋਈ ਵਿਦਵਾਨ ਪੰਡਿਤ ਹੋਵੇ, ਜਾਂ ਉਹ ਜ਼ਮੀਨ ਦਾ ਮਾਲਕ ਹੋਵੇ, ਜੇ ਇਨਸਾਨੀਅਤ ਨਹੀਂ ਤਾਂ ਫਿਰ ਕੁਝ ਵੀ ਨਹੀਂ। ਨਰੂ ਮਰੈ ਨਰ ਕਾਮ ਨਾ ਆਵੇ, ਪਸ਼ੂ ਮਰੈ ਦਸ ਕਾਜ ਸਵਾਰੈ। ਪਰ ਜਿਨ੍ਹਾਂ ਦੇ ਅੰਦਰੋਂ ਪਸ਼ੂਪੁਣਾ ਮਰ ਜਾਂਦਾ ਨਾ, ਫਿਰ ਉਹ ਲੋਕਾਂ ਦੇ ਕੰਮ ਸਵਾਰਦੇ ਨੇ, ਫਿਰ ਉਹ ਲੋਕਾਂ ਦਾ ਸਹਿਯੋਗ ਕਰਦੇ ਨੇ, ਫਿਰ ਉਹ ਲੋਕਾਂ ਦਾ ਦੁੱਖ ਵੰਡਦੇ ਨੇ। ਇਸ ਲਈ ਕਬੀਰ ਜੀ ਕਹਿੰਦੇ ਨੇ ਕਿ ਪਿਆਰ ਉਹਦੇ ਨਾਲ ਪਾਓ ਜੋ ਰੱਬੀ ਗੁਣਾਂ ਦਾ ਧਾਰ ਨਹੀਂ ਹੈ, ਕਿਉਂਕਿ ਰੱਬੀ ਗੁਣਾਂ ਨਾਲੋਂ ਟੁੱਟੇ ਹੋਏ, ਸੱਚ ਦੇ ਨਾਲੋਂ ਟੁੱਟੇ ਹੋਏ, ਜਿਨ੍ਹਾਂ ਅੰਦਰ ਰਾਜ ਦਾ, ਜ਼ਮੀਨ ਦਾ, ਵਿਦਿਆ ਆਦਿਕ ਦਾ ਮਾਣ ਔਰ ਹੰਕਾਰ ਹੈ, ਉਹ ਕਿਸੇ ਕੰਮ ਨਹੀਂ ਆਣਗੇ। ਆਤਮਿਕ ਜੀਵਨ ਦੇ ਅੰਦਰ ਉਹ ਲੋਕ ਸਾਥ ਨਹੀਂ ਦੇਣਗੇ। ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਸਾਰੇ ਅਮੀਰ, ਸਾਰੇ ਰਾਜੇ ਜਾਂ ਸਾਰੇ ਭੂਪਤੀਆਂ ਦੀ ਗੱਲ ਹੈ। ਗੱਲ ਉਹਨਾਂ ਦੀ ਜੋ ਸੱਚ ਦੇ ਨਾਲੋਂ ਟੁੱਟ ਗਏ ਨੇ, ਕਿਉਂਕਿ ਜਿਹੜੇ ਸੱਚ ਦੇ ਨਾਲੋਂ ਟੁੱਟ ਗਿਆ ਨਾ, ਜਿਨਨੇ ਦੁਨੀਆ ਦੀ ਖਾਤਰ ਦੀਨ ਨੂੰ ਗਵਾ ਦਿੱਤਾ ਹੈ, ਉਹ ਬੰਦਾ ਕਿਸੇ ਕੰਮ ਨਹੀਂ ਆਏਗਾ ਔਰ ਉਹਦਾ ਜੀਵਨ ਵੀ ਕਿਸੇ ਕੰਮ ਦਾ ਨਹੀਂ, ਕਿਉਂਕਿ ਉਹ ਸਮਾਜ ਦੇ ਅੰਦਰ ਕਰਪਸ਼ਨ ਫੈਲਾਉਂਦਾ ਹੈ, ਉਹਦੇ ਕਰਕੇ ਸਮਾਜ ਦੇ ਅੰਦਰ ਦੁੱਖ ਫੈਲਦੇ ਨੇ, ਉਹਦਾ ਜੀਵਨ ਕਿਸੇ ਕੰਮ ਦਾ ਨਹੀਂ ਹੁੰਦਾ। ਕਬੀਰ ਪ੍ਰੀਤ ਇੱਕ ਸਿਉ ਕੀਏ, ਆਨ ਦੁਬਿਧਾ ਜਾਏ, ਭਾਵੇਂ ਲਾਂਬੇ ਕੇਸ ਕਰ, ਭਾਵੇਂ ਕਰਮ ਗਾਏ। ਹੁਣ ਕਬੀਰ ਜੀ ਕਹਿ ਰਹੇ ਨੇ ਕਿ ਇੱਕ ਪ੍ਰਭੂ ਦੇ ਨਾਲ ਪ੍ਰੀਤ ਕੀਤਿਆਂ, ਆਨ ਦਾ ਮਤਲਬ ਹੋਰ, ਜੋ ਦੁਨੀਆ ਵਾਲੀ ਪ੍ਰੀਤ ਹੈ, ਜੋ ਦੁਬਦਾ ਵਾਲੀ ਪ੍ਰੀਤ ਹੈ। ਆਨ ਦੁਬਦਾ ਦਾ ਮਤਲਬ ਦੁਬਦਾ, ਦੋ ਵਿਦਾ, ਦੋ ਤਰ੍ਹਾਂ ਦਾ ਜੀਵਨ, ਅੰਦਰੋਂ ਹੋਰ, ਬਾਹਰੋਂ ਹੋਰ, ਮੇਰ ਤੇਰ ਦੇ ਵਿਤਕਰੇ। ਇਹ ਦੁਨੀਆ ਵਾਲਾ ਹੋਰ ਸਹਿਮ ਤਦੋਂ ਦੂਰ ਹੁੰਦਾ ਹੈ ਜੇ ਇੱਕ ਪ੍ਰਭੂ ਦੇ ਨਾਲ ਪਿਆਰ ਪਾਇਆ ਜਾਏ। ਕਬੀਰ ਪ੍ਰੀਤ ਇੱਕ ਸਿਉ ਕੀਏ, ਜੇ ਇੱਕ ਦੇ ਨਾਲ ਪ੍ਰੀਤ ਪਾ ਲਈ ਜਾਏ ਕਿ ਸਾਰੀ ਦੁਨੀਆ ਵਿੱਚ ਇੱਕ ਵਸਤਾ ਹੈ। ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਕਿ ਇੱਕ ਹੀ ਰੱਬ ਸਾਰਿਆਂ ਵਿੱਚ ਵਸਦਾ ਹੈ, ਇੱਕ ਕਣ ਕਣ ਦੇ ਅੰਦਰ ਸਮਾਇਆ ਹੋਇਆ ਹੈ, ਇੱਕ ਨੂਰ ਤੋਂ ਹਰ ਇਨਸਾਨ ਪੈਦਾ ਹੋਇਆ ਹੈ, ਤਾਂ ਫਿਰ ਕੌਣ ਮੰਦਾ ਔਰ ਕੌਣ ਚੰਗਾ। ਤਾਂ ਕਬੀਰ ਜੀ ਕਹਿੰਦੇ ਨੇ ਜੇ ਇੱਕ ਦੇ ਨਾਲ ਪ੍ਰੀਤ ਪਾ ਲਈ ਜਾਏ, ਬੰਦਾ ਅੰਦਰੋਂ ਬਾਹਰੋਂ ਇੱਕ ਹੋ ਜਾਏ, ਇੱਕ ਦੇ ਗੁਣਾਂ ਦੇ ਨਾਲ ਜੁੜ ਜਾਏ, ਇੱਕ ਜੈਸਾ ਹਰ ਇੱਕ ਦੇ ਨਾਲ ਵਿਹਾਰ ਕਰੇ, ਤਾਂ ਬਾਕੀ ਜਿਹੜੀਆਂ ਦੁਬਿਧਾਵਾਂ ਨੇ, ਜੋ ਡਰ ਨੇ, ਜੋ ਸਹਿਮ ਨੇ, ਉਹ ਮੁੱਕ ਜਾਂਦੇ ਨੇ। ਭਾਵੇਂ ਲਾਂਬੇ ਕੇਸ ਕਰ, ਭਾਵੇਂ ਕਰਰ ਮੁੰਡਾਏ। ਜੇ ਰੱਬ ਦੇ ਨਾਲ ਪ੍ਰੀਤ ਨਹੀਂ ਹੈ ਤਾਂ ਕਬੀਰ ਜੀ ਕਹਿੰਦੇ ਨੇ ਭਾਵੇਂ ਤੇ ਰਾਖ ਆਦਿ ਪਾ ਕੇ, ਸਵਾ ਮਲ ਕੇ ਲੰਮੀਆਂ ਜੱਟਾਂ ਵਧਾ ਲੈ, ਭਾਵੇਂ ਲਾਂਬੇ ਕੇਸ ਕਰ, ਰਾਖ ਵਗੈਰਾ ਪਾ ਕੇ, ਤੇ ਕਿੰਨੀਆਂ ਲੰਮੀਆਂ ਲੰਮੀਆਂ ਜੱਟਾਂ ਵਧਾਈਆਂ ਨੇ। ਤੇ ਜੱਟਾਂ ਵਾਲੇ ਬਾਬੇ ਕਹਿੰਦੇ ਨੇ ਕਿ ਅਸੀਂ ਹੀ ਭਲੇ ਆ। ਕਬੀਰ ਜੀ ਕਹਿੰਦੇ ਨੇ ਜੇ ਇੱਕ ਦੇ ਨਾਲ ਪ੍ਰੀਤ ਨਹੀਂ, ਜੇ ਮਨ ਬਚਨ ਕਰਮ ਕਰਕੇ ਸੱਚ ਨਹੀਂ, ਰੱਬੀ ਗੁਣਾਂ ਦੇ ਨਾਲ ਨਹੀਂ ਜੁੜਿਆ, ਤਾਂ ਭਾਵੇਂ ਲੰਮੇ ਕੇਸ ਕਰ ਲੈ, ਲੰਮੀਆਂ ਜਟਾਵਾਂ ਵਧਾ ਲੈ, ਕੁਛ ਨਹੀਂ ਹੋਣ ਵਾਲਾ। ਭਾਵੇਂ ਘਰ ਮੁੰਡਾਏ, ਤੇ ਕੁਝ ਸਾਧੂ ਨੇ ਜਿਹੜੇ ਰਗੜ ਮੂਨ ਨੇ, ਜਿਵੇਂ ਜੈਨੀ ਨੇ, ਉਹ ਆਪਣਾ ਕੱਲਾ ਕੱਲਾ ਵਾਲ ਪੁੱਟਦੇ ਨੇ, ਉਹ ਉਸ ਤਰ੍ਹਾਂ ਵੀ ਨਹੀਂ ਫੇਰਦੇ, ਕੈਂਚੀ ਵੀ ਨਹੀਂ ਫੇਰਦੇ। ਉਹ ਇਸ ਕਰਕੇ ਨਹੀਂ ਕੈਂਚੀ ਚਲਾਉਂਦੇ ਕਿ ਕੋਈ ਕੀੜਾ, ਕੋਈ ਜੂੰ ਆਣ ਕੇ ਕੈਂਚੀ ਵਿੱਚ ਮਰ ਨਾ ਜਾਏ, ਕਿਉਂਕਿ ਉਹ ਵਹਿਮ ਹੈ ਨਾ ਉਹਨਾਂ ਨੂੰ। ਅਹਿੰਸਾ ਪਰਮੋ ਧਰਮ ਹੈ ਉਹਨਾਂ ਦਾ ਸਿਧਾਂਤ ਹੈ। ਕੱਲਾ ਕੱਲਾ ਵਾਲ ਪੁੱਟਦੇ ਨੇ, ਤੁਸੀਂ ਵੇਖ ਸਕਦੇ ਹੋ ਕਿਤੇ YouTube ਤੇ ਪਾ ਕੇ। ਹੁਣ ਉਹ ਗੁਰੂ ਭਗਤ ਕਬੀਰ ਜੀ ਕਹਿੰਦੇ ਨੇ ਭਾਵੇਂ ਤੇ ਰਗੜ ਮੋਨ ਹੋ ਜਾ, ਰਗੜ ਮੋਨ ਹੋ ਜਾ, ਤੇ ਜੇ ਰੱਬ ਦੇ ਨਾਲ ਪ੍ਰੀਤ ਨਹੀਂ ਤਾਂ ਰਗੜ ਮੋਨ ਹੋਣ ਦੇ ਨਾਲ ਰੱਬ ਨਹੀਂ ਮਿਲਣ ਲੱਗਾ, ਜ਼ਿੰਦਗੀ ਚੰਗੀ ਨਹੀਂ ਹੋਣ ਲੱਗੀ। ਤੇ ਜੇ ਇੱਕ ਦੇ ਨਾਲ ਪ੍ਰੀਤ ਨਹੀਂ, ਤੇ ਭਾਵੇਂ ਲੰਮੇ ਕੇਸ ਕਰ ਲੈ, ਲੰਮੀਆਂ ਜਟਾਵਾਂ ਵਧਾ ਲੈ, ਫਿਰ ਵੀ ਨਹੀਂ ਹੋਣ ਲੱਗਾ। ਇਸ ਲਈ ਲੋੜ ਹੈ ਇੱਕ ਦੇ ਨਾਲ ਪ੍ਰੀਤ ਪਾਣ ਦੀ। ਕਬੀਰ ਜੀ ਨੇ ਬਚਨ ਕੀਤਾ, ਕਬੀਰ ਮਨ ਮੂੰਡਿਆ ਨਹੀਂ, ਕੇਸ ਮੁੰਡਾਏ ਕਾਏ, ਜੋ ਕਿਛ ਕੀਆ ਸੋ ਮਨ ਕੀਆ, ਮੂੰਡਾ ਮੂੰਡ ਅਜਾਏ। ਯਾਨੀ ਗੱਲ ਤਾਂ ਸੋਚ ਦੀ ਹੈ। ਜੇ ਸੋਚ ਅੰਦਰ ਸੱਚੀ ਨਹੀਂ ਤਾਂ ਬਾਹਰੀ ਭੇਸ਼ ਦੇ ਨਾਲ ਕੁਛ ਬਣਨ ਵਾਲਾ ਨਹੀਂ ਹੈ। ਭਾਵੇਂ ਰਗੜ ਮੋਹਨ ਹੋ ਜਾਓ, ਭਾਵੇਂ ਲੰਮੀਆਂ ਜਟਾਵਾਂ ਵਧਾ ਕੇ ਸਾਧੂ ਬਣ ਜਾਓ, ਇਹਦੇ ਨਾਲ ਕੁਝ ਫਰਕ ਪੈਣ ਵਾਲਾ ਨਹੀਂ ਹੈ। ਇੱਕ ਦੇ ਨਾਲ ਪ੍ਰੀਤ ਕੀਤਿਆਂ ਬਾਕੀ ਜਿਹੜੀ ਦੁਬਦਾ ਹੈ ਉਹ ਮੁੱਕ ਜਾਂਦੀ ਹੈ।
ਬਾਕੀ ਦੇ ਜਿਹੜੇ ਡਰ ਨੇ, ਸਹਿਮ ਨੇ, ਉਹ ਮੁੱਕ ਜਾਂਦੇ ਨੇ। ਤਾਂ ਜ਼ਰੂਰਤ ਹੈ ਕਿ ਬੰਦਾ ਇੱਕ ਦੇ ਨਾਲ ਪ੍ਰੀਤ ਪਾਏ। ਇੱਕ ਦੇ ਨਾਲ ਪ੍ਰੀਤ ਪਾਉਣ ਦਾ ਮਤਲਬ ਇੱਕ ਦੇ ਗੁਣਾਂ ਦੇ ਨਾਲ ਪ੍ਰੀਤ ਪਾਏ, ਹੁਕਮ ਰਜ਼ਾ ਦੇ ਅੰਦਰ ਜ਼ਿੰਦਗੀ ਜੀਵੇ ਔਰ ਆਪਣੇ ਜੀਵਨ ਨੂੰ ਉੱਚਾ ਸੁੱਚਾ ਬਣਾਉਣ ਦਾ ਯਤਨ ਕਰੇ। ਜੇਕਰ ਭਗਤ ਕਬੀਰ ਜੀ ਦੇ ਇਹਨਾਂ ਸ਼ਲੋਕਾਂ ਦੀ ਗਹਿਰਾਈ ਨੂੰ ਸਮਝਿਆ ਜਾਏ ਔਰ ਇਹਨਾਂ ਸ਼ਲੋਕਾਂ ਦੇ ਉੱਤੇ ਅਮਲ ਕੀਤਾ ਜਾਏ ਤਾਂ ਹਕੀਕਤ ਹੈ ਸਾਡੀ ਜ਼ਿੰਦਗੀ, ਸਾਡਾ ਜੀਵਨ ਕਿੰਨਾ ਮਹਾਨ ਹੋ ਸਕਦਾ ਹੈ। ਇਹ ਸਮਾਜ ਕਿੰਨਾ ਸੋਹਣਾ ਬਣ ਸਕਦਾ ਹੈ। ਕਿੰਨੇ ਆਸਾਨ ਤਰੀਕੇ ਦੇ ਨਾਲ ਬੰਦਾ ਰੱਬ ਦੇ ਅੰਦਰ ਸਮਾ ਕੇ ਰੱਬ ਵਰਗਾ ਹੋ ਸਕਦਾ ਹੈ। ਹੁਣ ਆਪਨੇ ਜਿੰਨੇ ਵੀ ਸ਼ਲੋਕ ਸੁਣੇ ਨੇ, 25 ਸ਼ਲੋਕਾਂ ਦੀ ਵਿਚਾਰ ਅੱਜ ਤੱਕ ਹੋ ਗਈ, ਤਾਂ ਇਹਨਾਂ 25 ਸ਼ਲੋਕਾਂ ਵਿੱਚ ਕਿਤੇ ਵੀ ਨਹੀਂ ਕਿਹਾ ਵੀ ਤੁਹਾਨੂੰ ਮਾਲਾ ਫੇਰਨ ਦੀ ਲੋੜ ਹੈ, ਤੁਹਾਨੂੰ ਸਮਾਧੀ ਲਾਉਣ ਦੀ ਲੋੜ ਹੈ, ਜੰਗਲਾਂ ਵਿੱਚ ਜਾਣ ਦੀ ਲੋੜ ਹੈ, ਪਹਾੜਾਂ ਤੇ ਚੜ੍ਹਨ ਦੀ ਲੋੜ ਹੈ, ਕੁਝ ਵੀ ਨਹੀਂ ਨਾ। ਸਿੰਪਲ ਜ਼ਿੰਦਗੀ ਜੀਂਦਿਆਂ, ਘਰ ਗ੍ਰਸਤ ਵਿੱਚ ਰਹਿੰਦਿਆਂ, ਸ਼ੁਭ ਗੁਣਾਂ ਦੇ ਧਾਰਨੀ ਹੋ ਕੇ ਆਪਣੇ ਜੀਵਨ ਨੂੰ ਸਵਰਗ ਬਣਾਇਆ ਜਾ ਸਕਦਾ ਹੈ। ਕਿੰਨਾ ਆਸਾਨ ਰਾਸਤਾ ਹੈ। ਲੇਕਿਨ ਕਿਸ ਢੰਗ ਦੇ ਨਾਲ ਅਸੀਂ ਆਪਣੀ ਜ਼ਿੰਦਗੀ ਨੂੰ ਉਲਝਾ ਬੈਠੇ ਹਾਂ, ਸਿਰਫ ਗਲਤ ਪ੍ਰਚਾਰ ਕਰਕੇ। ਔਰ ਸਿਰਫ ਇਸ ਕਰਕੇ ਉਲਝ ਗਏ ਕਿ ਅਸੀਂ ਪਾਵਨ ਬਾਣੀ ਨੂੰ ਆਪ ਨਹੀਂ ਪੜਿਆ, ਆਪ ਨਹੀਂ ਵਿਚਾਰਿਆ। ਗੁਰੂ ਰਹਿਮਤ ਕਰੇ ਅਸੀਂ ਇਸੇ ਤਰ੍ਹਾਂ ਪਾਵਨ ਬਾਣੀ ਨੂੰ ਆਪ ਪੜ੍ਹੀਏ ਔਰ ਆਪ ਅਸੀਂ ਇਸ ਪਾਵਨ ਬਾਣੀ ਦਾ ਵਿਚਾਰ ਕਰਕੇ ਅਸੀਂ ਇਹਨਾਂ ਤੇ ਅਮਲ ਕਰਨ ਦਾ ਯਤਨ ਕਰੀਏ। ਤਾਂ ਅੱਜ ਦੀ ਵਿਚਾਰ ਅਸੀਂ